ਅੱਜ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਨਕੋਦਰ ਵਿੱਚ ਪੀਐਸਟੀ ਨਿਊਜ਼ ਟੀਵੀ ਚੈਨਲ ਦੇ ਦਫ਼ਤਰ ਦਾ ਜਿੱਥੇ ਉਦਘਾਟਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਬਾਬਾ ਸੁਰਜੀਤ ਸਿੰਘ, ਵਿਨੋਦ ਵਰਮਾ, ਚਰਨਜੀਤ ਸੋਨੂ, ਅਰਜੁਨ ਜੈਨ, ਹੀਰਾਪੁਰੀ, ਜਸਪਾਲ ਸਿੰਘ ਮਲਤਾਨੀ, ਅਰਜਿੰਦਰ ਸਿੰਘ ਨੱਥੂਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਜਿੱਥੇ ਪੱਤਰਕਾਰ ਮਾਨਕ ਕੌੜਾ ਜੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਅਤੇ ਪੀਐਸਟੀ ਨਿਊਜ਼ ਟੀਵੀ ਦੇ ਟਰਸਟ ਇਕਾਈ ਨਕੋਦਰ ਦੀ ਚੋਣ ਕੀਤੀ ਗਈ, ਜਿਸ ਵਿੱਚ ਨਕੋਦਰ ਦੇ ਸਮਾਜ ਸੇਵਕ ਅਤੇ ਕੌਂਸਲਰ ਹਿੰਮਤ ਸ਼ਰਮਾ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਟਰਸਟੀ ਮੈਂਬਰ ਜਸਪਾਲ ਕੌੜਾ, ਰਜੇਸ਼ ਕੁਮਾਰ, ਮਨੋਜ ਸ਼ਰਮਾ, ਪ੍ਰਦੀਪ ਕੁਮਾਰ, ਭਾਰਤ ਭੁਆਕ, ਰੋਹਿਤ ਸ਼ਰਮਾ ਤੋਂ ਇਲਾਵਾ ਹੋਰ ਨਕੋਦਰ ਇਲਾਕੇ ਦੇ ਸਮਾਜ ਸੇਵੀ ਹਾਜ਼ਰ ਸਨ। ਵੇਖੋ ਇਸ ਸੰਬੰਧੀ ਵੱਖ-ਵੱਖ ਤਸਵੀਰਾਂ। ਅੱਜ ਬੜਾ ਖੁਸ਼ੀ ਦਾ ਦਿਨ ਹੈ ਜਿਹੜਾ ਵੀ ਅੱਜ ਨਕੋਦਰ ਦੇ ਵਿੱਚ ਸਾਡੇ ਪੀਐਸਟੀ ਨਿਊਜ਼ ਟੀਵੀ ਦਾ ਦਫ਼ਤਰ ਖੋਲ੍ਹ ਰਿਹਾ। ਮਾਨਕ ਕੌੜਾ ਜੀ ਬੈਠੇ ਨੇ ਔਰ ਸਾਡੇ ਅੱਜ ਯੂਨੀਅਨ ਦੀ ਵੀ ਚੋਣ ਹੋਣੀ ਆ। ਪ੍ਰੈਸ ਦੀ ਜਿਹੜੀ ਟਰਸਟ ਆ ਪੀਐਸਟੀ ਨਿਊਜ਼ ਟੀਵੀ ਦੀ, ਉਹਦੇ ਵਿੱਚ ਇਲਾਕੇ ਦੀ ਕਰੀਮ ਜਿਹੜੀ ਆਪਾਂ ਲਈ ਹੈ ਜੀ ਨਕੋਦਰ ਸ਼ਹਿਰ ਦੀ, ਔਰ ਉਹਦੇ ਵਿੱਚ ਪ੍ਰਧਾਨ ਸੈਕਟਰੀ ਮੈਂਬਰ ਸਾਹਿਬਾਨ ਜਿਹੜੇ ਵੀ ਇੱਥੇ ਪਹੁੰਚੇ ਨੇ, ਬਹੁਤ ਧੰਨਵਾਦ ਕਰਨਾ ਜੀ। ਔਰ ਅੱਜ ਜਿਹੜੇ ਮੈਂਬਰ ਸਾਹਿਬਾਨ ਬੈਠੇ ਨੇ ਇੰਟਰਵਿਊ ਆਪ ਕਰਨਗੇ। ਮੈਂ ਚਰਨਜੀਤ ਸੋਨੂ ਪੀਐਸਟੀ ਨਿਊਜ਼ ਟੀਵੀ ਤੋਂ ਐਡੀਟਰ ਇਨ ਚੀਫ 20-22 ਸਾਲ ਤੋਂ ਪੱਤਰਕਾਰੀ ਲਾਈਨ ਦੇ ਵਿੱਚ ਸੀ ਔਰ ਵੱਖ-ਵੱਖ ਅਖਬਾਰਾਂ ਦੇ ਵਿੱਚ ਪੱਤਰਕਾਰੀ ਕੀਤੀ ਔਰ ਇਸੇ ਤਰ੍ਹਾਂ ਹੁਣ ਹਰੇਕ ਨੂੰ ਮੈਂ ਮਾਈਕ ਦਊਂਗਾ ਔਰ ਆਪਣੇ ਆਪ ਇੰਟਰਵਿਊ ਕਰਾਵੇ, ਕਿਉਂਕਿ ਬਹੁਤ ਜਿਹੜੇ ਚਿਹਰੇ ਹੈਗੇ ਨੇ ਉਹ ਆਪਸ ਵਿੱਚ ਨਹੀਂ ਪਤਾ ਵੀ ਇਹ ਬੰਦੇ ਕਿਹੜੇ ਨੇ ਜਾਂ ਕਿੱਥੋਂ ਆ। ਹਾਂਜੀ, बहुत बहुत शुक्रिया मेरे बड़े भाई चरणजीत सोनू जी। सब तो पहला मैनू जिस इंसान के नाल मानक कौड़ा जी ने बनाया वो मेरे ये साथी सी जिन्होंने मैनू तुहाडे नाल जोड़न का यतन किया, उस तुहाडी कड़ी नूं वधाउण का यतन किया। सब तो पहला तो मैं तुहाडा बहुत बहुत सारा धन्यवाद करदा। अज की इस मीटिंग दे विच विशेष रूप से पहुंचे पंजाब प्रधान बाबा सुरजीत सिंह जी, डायरैक्टर पंजाब विनोद वर्मा जी, सैकटरी पंजाब हीरापुरी जी, मीडिया इंचार्ज जसपाल सिंह मलतानी जी, अरजिंदर सिंह जी, सीनियर पत्रकार टांडा इंचार्ज अर्जुन जैन जी, जशपाल कौड़ा जी, नकोदर के इस पीएसटी न्यूज़ टीवी चैनल के जिन्होंने हाथ में साड़ी डोर तुसीं पकड़ाई है मानक कौड़ा जी। तो अज की मीटिंग के सारे ही मेरे साथियों दोस्तों, सब तो पहला तो मैं थोड़ा सारिਆਂ ਦਾ नकोदर आने के उत्ते दिल ਦੀਆਂ गहराइयां ਤੋਂ स्वागत करदा। दोस्तों अज असी जिस मकसद ਨੂੰ ਲੈ ਕੇ इस प्लेटफॉर्म से इकट्ठे हुए हैं ਉਹਦੇ ਵਿੱਚ सब तो पहला तो मैं आप जी सारिਆਂ ਦਾ ही पीएसटी लाइव टीवी का धन्यवाद करता हूँ कि जिन्होंने नकोदर यूनिट की इस एसोसीएशन का मैनू एक प्रेजिडेंट के रूप में मैंने लिखा है। मैं थोड़ी पूरी ही टीम का बहुत बहुत धन्यवाद करता। दोस्तों जिस तरह कि आप सारे इस गल का पता है, मीडिया एक ऐसा साडे देश का एक आधार स्तंभ ही मैं कहांगा, एक चौथा स्तंभ है जिन्हें कि साडे देश दीयां अच्छाइयां बुराइयां आम जनता के अगे लैके जाता। कहते हैं कि यूं ही नहीं होती हाथ की लकीरों के आगे उंगलियां, रब ने किस्मत से पहले मेहनत की है। और मैनू इस गल का पूरा विश्वास आ कि इस नकोदर मीडिया का मानक कौड़ा जी ने इंचार्ज जिम्मेवारी दी है, ये बड़ा ही साडा एक डेडिकेटेड साथी है। तुसी साडे शहर का एक वाकई एक डायमंड जिहड़ा चुनिया वा। सब तो वड्डी गल यह है कि ये परमात्मा दे विच विश्वास रखने वाला साडा साथी है। जिहड़ा इंसान परमात्मा दे विच अपनी आस्था रखता होएगा वो कभी भी अपनी सोसाइटी वास्ते गलत नहीं पहुँचता।
दूसरा, इस नूं शहर नाल प्यार है। कोई भी काम गलत होएगा, ये अपनी एक मॉरल सपोर्ट बन जाएगी कि मैं एक ऐसे स्तंभ के नाल जुड़िया हाँ कि मैं कोई भी, चाहे मेरा पड़ोसी आ चाहे मेरा दूर दा हो, जे मेरी जिम्मेवारी इस मीडिया ने एज ए इंचार्ज लगाई है तो मैं अपनी इस ड्यूटी नूं तनों मनो तनों निभाने की कोशिश करूँ। हर इंसान नूं इंसाफ दिवाउण की कोशिश करें। ਉਹਦੇ ਨਾਲ ਨਾਲ ਜੇ ਕੋਈ ਸਾਡੇ ਸ਼ਹਿਰ ਦੇ ਵਿੱਚ ਕਮੀਆਂ ਹੋ, ਸਾਡੇ ਇਲਾਕੇ ਦੇ ਵਿੱਚ ਕਮੀਆਂ ਹੋ, ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਵਿੱਚ ਮੈਂ ਕੋਸ਼ਿਸ਼ ਕਰਾਂ। ਇਸ ਗੱਲ ਦੀ ਤਾਂ ਮੈਂ ਵੀ ਤੁਹਾਨੂੰ ਗਰੰਟੀ ਦਿੰਦਾ ਜੀ, ਤੁਸੀਂ ਇਹ ਸਾਡੇ ਸਾਥੀ ਨੂੰ ਜਿਹੜੇ ਚੁਣਿਆ ਹੈ, ਇਹ ਇੱਕ ਬੜਾ ਹੀ ਡੈਡੀਕੇਟਡ ਹੈ, ਆਪਣੀ ਜ਼ਿੰਮੇਵਾਰੀ ਨੂੰ ਬਹੁਤ ਅੱਛੇ ਤਨਦੇਹੀ ਦੇ ਨਾਲ ਨਿਭਾਏਗਾ। ਦੂਸਰਾ, ਉਹਦੇ ਨਾਲ ਨਾਲ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗਾ ਕਿ ਇਸ ਜ਼ਿੰਮੇਵਾਰੀ ਦੇ ਨਾਲ ਤੁਸੀਂ ਜੋ ਮੈਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ, ਮੈਂ ਵੀ ਮਾਨਕ ਕੋੜਾ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਸੁਸਾਇਟੀ ਵਾਸਤੇ, ਆਪਣੇ ਸ਼ਹਿਰ ਵਾਸਤੇ, ਆਪਣੇ ਇਸ PSD ਨਿਊਜ਼ TV ਇਹਨਾਂ ਦਾ, ਤੁਹਾਡੇ ਸਾਰੇ ਸੀਨੀਅਰ ਲੀਡਰਸ ਦਾ, ਜਿਹੜੇ ਕਿ ਇਹਨਾਂ ਦੇ ਇਸ ਚੈਨਲ ਦੇ ਨਾਲ ਜੁੜੇ ਹੋਏ ਆ, ਤੁਸੀਂ ਜੋ ਉਮੀਦਾਂ ਲੈ ਕੇ ਨਕੋਦਰ ਦੇ ਵਿੱਚ ਆਏ ਹੋ, ਜੋ ਉਮੀਦਾਂ ਲੈ ਕੇ ਤੁਸੀਂ ਸਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਆ, ਅਸੀਂ ਕੋਸ਼ਿਸ਼ ਆਪਣੀ ਤਨਦੇਹੀ ਦੇ ਨਾਲ ਇਹੀ ਕਰਾਂਗੇ ਕਿ ਅਸੀਂ ਉਸ ਜ਼ਿੰਮੇਵਾਰੀ ਨੂੰ ਤਨੋਂ ਮਨੋਂ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਦੂਸਰਾ, ਅੱਜ ਦੀ ਮੀਟਿੰਗ ਦੇ ਵਿੱਚ ਮੈਨੂੰ ਆ ਕੇ ਹੋਰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਇਲਾਕੇ ਦੀਆਂ ਬੜੀਆਂ ਉਹ ਨੰਬਰ ਸ਼ਖਸੀਅਤਾਂ ਸਾਡੇ ਵਿੱਚ ਸ਼ਾਮਲ ਹੋਈਆਂ ਨੇ, ਜਿਹੜੀਆਂ ਕਿ ਜਿਹੜੀ ਵੀ ਫੀਲਡ ਦੇ ਵਿੱਚ ਨੇ, ਉਸ ਫੀਲਡ ਦੇ ਵਿੱਚ ਮਿਹਨਤ ਕਰਨ ਦੇ ਵਿੱਚ, ਉਸ ਫੀਲਡ ਦੇ ਵਿੱਚ ਇਨਸਾਫ ਕਰਨ ਦੇ ਵਿੱਚ, ਚਾਹੇ ਉਹ ਸ਼ਮਸ਼ਾਨ ਘਾਟ ਦੇ ਕੰਮ ਹੈ, ਚਾਹੇ ਉਹ ਸਕੂਲ ਦੇ ਵਿੱਚ ਵਿਡੋ ਸਕੂਲ ਚਲਾਉਣ ਦੇ ਵਿੱਚ, ਜਾਂ ਕਿਸੇ ਕਿਸਮ ਦੇ ਵੀ ਸਾਡੇ ਸਪੋਰਟਸਮੈਨ ਸਾਥੀ ਬੈਠੇ ਨੇ, ਜੇ ਇਹ ਇੱਦਾਂ ਦੇ ਡੈਡੀਕੇਟਡ ਹਰ ਫੀਲਡ ਦੇ ਸਾਥੀ ਸਾਡੇ ਇਸ ਚੈਨਲ ਦੇ ਨਾਲ ਜੁੜ ਜਾਣਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ। ਸਾਥੀਆਂ ਨੇ ਜਿਹੜੇ ਸਾਡੇ ਸੀਨੀਅਰ, ਉਸ ਇਨਸਾਨ ਨੇ ਇਸ PSD ਲਾਈਵ TV ਦਾ ਇੱਕ ਬੀਜ ਹੋਇਆ ਹੋਏਗਾ, ਉਸ ਇਨਸਾਨ ਨੂੰ ਬੀਜ ਹੋਇਆ ਸੀ, ਅੱਜ ਉਹ ਬੀਜ ਉਂਗਰ ਕੇ ਬਰਕਤ ਦਾ ਰੂਪ ਲੈਣ ਦੇ ਵਿੱਚ ਤਿਆਰ ਹੈ। ਤੇ ਜੇ ਇਹ ਬਰਕਤ ਬਣਦਾ ਹੈ ਤੇ ਇਹਦੇ ਵਿੱਚ ਤੁਸੀਂ ਸਾਰੇ ਤੇ ਮੈਂ ਵੀ ਤੁਹਾਡੇ ਨਾਲ ਉਸ ਬਰਕਤ ਦੀਆਂ ਸ਼ਾਖਾਵਾਂ ਬਣਾਵਾਂਗੇ ਤੇ ਕੋਸ਼ਿਸ਼ ਕਰਾਂਗੇ ਜੋ ਤੁਸੀਂ ਸਾਡੇ ਤੋਂ ਉਮੀਦ ਰੱਖੀ ਹੈ, ਅਸੀਂ ਆਪਣੀ ਸੁਸਾਇਟੀ ਵਾਸਤੇ, ਤੁਹਾਡੇ PSD ਚੈਨਲ ਵਾਸਤੇ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਹਰ ਉਸ ਕੁਰੀਤੀ ਨੂੰ, ਹਰ ਉਸ ਅੱਛਾਈ ਨੂੰ ਸਮਾਜ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਜੋ ਵੀ ਡਿਊਟੀ ਮੇਰੀ PSD ਲਾਈਵ TV ਵੱਲੋਂ ਤੇ ਮੇਰੇ ਸੀਨੀਅਰ ਸਾਥੀਆਂ ਵੱਲੋਂ ਲਗਾਈ ਜਾਏਗੀ, ਮੈਂ ਤਨਦੇਹੀ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਇੱਕ ਸ਼ਬਦ ਮੈਂ ਜ਼ਰੂਰ ਕਹਿਣਾ ਚਾਹਾਂਗਾ, ਜਿਹੜਾ ਕਿ ਮੈਂ ਅਕਸਰ ਕਹਿੰਦਾ ਹਾਂ ਕਿ ਆਹਿਸਤਾ ਚੱਲੇ ਜ਼ਿੰਦਗੀ, ਕੁਝ ਕਰਜ਼ ਚੁਕਾਣੇ ਬਾਕੀ ਹੈ, ਕੁਝ ਕੇ ਦਰਦ ਮਿਟਾਣੇ ਬਾਕੀ ਹੈ, ਕੁਝ ਫਰਜ਼ ਨਿਭਾਣੇ ਬਾਕੀ। ਧੰਨਵਾਦ। ਤਨਦੇਹੀ ਦੇ ਨਾਲ ਨਿਭਾਉਣ ਦੀ ਕੋਸ਼ਿਸ਼। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਇੱਕ ਸ਼ਬਦ ਮੈਂ ਜ਼ਰੂਰ ਕਹਿਣਾ ਚਾਹਾਂਗਾ, ਜਿਹੜਾ ਕਿ ਮੈਂ ਅਕਸਰ ਕਹਿੰਦਾ ਹਾਂ ਕਿ ਆਹਿਸਤਾ ਚੱਲੇ ਜ਼ਿੰਦਗੀ, कुछ कर्ज चुकाने बाकी हैं, कुछ के दर्द मिटाने बाकी हैं, कुछ फर्ज निभाने बाकी। धन्यवाद। ਵਧੀਆ ਇਹ ਬੜਾ ਹੀ ਸਾਡਾ ਇੱਕ ਡੈਡੀਕੇਟਡ ਸਾਥੀ ਆ। ਤੁਸੀਂ ਸਾਡੇ ਸ਼ਹਿਰ ਦਾ ਇੱਕ ਵਾਕਈ ਇੱਕ ਡਾਇਮੰਡ ਜਿਹੜਾ ਚੁਣਿਆ ਵਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਸਾਡਾ ਸਾਥੀ। ਜਿਹੜਾ ਇਨਸਾਨ ਪਰਮਾਤਮਾ ਦੇ ਵਿੱਚ ਆਪਣੀ ਆਸਥਾ ਰੱਖਦਾ ਹੋਏਗਾ ਉਹ ਕਦੀ ਵੀ ਆਪਣੀ ਸੁਸਾਇਟੀ ਵਾਸਤੇ ਗਲਤ ਨਹੀਂ ਹੋਊਗਾ। दूसरा, इसनों शहर नाल प्यार है। कोई भी काम गलत होएगा ये अपनी एक मॉरल सपोर्ट बन जाएगी कि मैं एक ऐसे स्तंभ का नाम जुड़िया हाँ कि मैं कोई भी, चाहे मेरा पड़ोसी है चाहे मेरा दूर दा होता, जे मेरी जिम्मेवारी इस मीडिया ने एज ए इंचार्ज लगाई है तो मैं अपनी इस ड्यूटी को तनों मनो तनों निभाने की कोशिश। हर इंसान इंसाफ दिवाउण की कोशिश करें। ਉਹਦੇ ਨਾਲ ਨਾਲ ਜੇ ਕੋਈ ਸਾਡੇ ਸ਼ਹਿਰ ਦੇ ਵਿੱਚ ਕਮੀਆਂ ਹਨ, ਸਾਡੇ ਇਲਾਕੇ ਦੇ ਵਿੱਚ ਕਮੀਆਂ ਹਨ, ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਵਿੱਚ ਮੈਂ ਕੋਸ਼ਿਸ਼ ਕਰਾਂ। ਇਸ ਗੱਲ ਦੀ ਤਾਂ ਮੈਂ ਵੀ ਤੁਹਾਨੂੰ ਗਰੰਟੀ ਦਿੰਦਾ ਕਿ ਤੁਸੀਂ ਇਹ ਸਾਡੇ ਸਾਥੀ ਨੂੰ ਚੁਣਿਆ ਹੈ, ਇਹ ਇੱਕ ਬੜਾ ਹੀ ਡੈਡੀਕੇਟਡ ਹੈ, ਆਪਣੀ ਜ਼ਿੰਮੇਵਾਰੀ ਨੂੰ ਬਹੁਤ ਅੱਛੀ ਤਨਦੇਹੀ ਦੇ ਨਾਲ ਨਿਭਾਏਗਾ।
ਦੂਸਰਾ ਉਹਦੇ ਨਾਲ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗਾ ਕਿ ਇਸ ਜ਼ਿੰਮੇਵਾਰੀ ਦੇ ਨਾਲ ਤੁਸੀਂ ਜੋ ਮੈਨੂੰ ਵੀ ਜ਼ਿੰਮੇਵਾਰੀ ਦਿੱਤੀ ਆ, ਮੈਂ ਵੀ ਮਾਨਯ ਕੋੜਾ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਸੁਸਾਇਟੀ ਵਾਸਤੇ, ਆਪਣੇ ਸ਼ਹਿਰ ਵਾਸਤੇ, ਆਪਣੇ PST ਨਿਊਜ਼ TV ਇਹਨਾਂ ਦਾ, ਤੁਹਾਡੇ ਸਾਰੇ ਸੀਨੀਅਰ ਲੀਡਰਸ ਦਾ ਜਿਹੜੇ ਕਿ ਇਹਨਾਂ ਦੇ ਇਸ ਚੈਨਲ ਦੇ ਨਾਲ ਜੁੜੇ ਹੋਏ ਆ, ਤੁਸੀਂ ਜੋ ਉਮੀਦਾਂ ਲੈ ਕੇ ਨਕੋਦਰ ਦੇ ਵਿੱਚ ਆਏ ਹੋ, ਜੋ ਉਮੀਦਾਂ ਲੈ ਕੇ ਤੁਸੀਂ ਸਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਆ, ਅਸੀਂ ਕੋਸ਼ਿਸ਼ ਆਪਣੀ ਤਨਦੇਹੀ ਦੇ ਨਾਲ ਇਹੀ ਕਰਾਂਗੇ ਕਿ ਅਸੀਂ ਉਸ ਜ਼ਿੰਮੇਵਾਰੀ ਨੂੰ ਤਨੋਂ ਮਨੋਂ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਦੂਸਰਾ, ਅੱਜ ਦੀ ਮੀਟਿੰਗ ਦੇ ਵਿੱਚ ਆ ਕੇ ਹੋਰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਇਲਾਕੇ ਦੀਆਂ ਬੜੀਆਂ ਉਹ ਸ਼ਖਸੀਅਤਾਂ ਸਾਡੇ ਵਿੱਚ ਸ਼ਾਮਲ ਹੋਈਆਂ ਨੇ, ਜਿਹੜੀਆਂ ਕਿ ਜਿਹੜੀ ਵੀ ਫੀਲਡ ਦੇ ਵਿੱਚ ਨੇ, ਉਸ ਫੀਲਡ ਦੇ ਵਿੱਚ ਮਿਹਨਤ ਕਰਨ ਦੇ ਵਿੱਚ, ਉਸ ਫੀਲਡ ਦੇ ਵਿੱਚ ਇਨਸਾਫ ਕਰਨ ਦੇ ਵਿੱਚ, ਚਾਹੇ ਉਹ ਸ਼ਮਸ਼ਾਨ ਘਾਟ ਦੇ ਕੰਮ ਹੈ, ਚਾਹੇ ਸਕੂਲ ਦੇ ਵਿੱਚ ਵਿਡੋ ਸਕੂਲ ਚਲਾਉਣ ਦੇ ਵਿੱਚ ਜਾਂ ਕਿਸੇ ਕਿਸਮ ਦੇ ਵਿੱਚ ਸਾਡੇ ਸਪੋਰਟਸਮੈਨ ਸਾਥੀ ਬੈਠੇ, ਜੇ ਇਹ ਇੱਦਾਂ ਦੇ ਡੈਡੀਕੇਟਡ ਹਰ ਫੀਲਡ ਦੇ ਸਾਥੀ ਸਾਡੇ ਇਸ ਚੈਨਲ ਨਾਲ ਜੁੜ ਜਾਣਗੇ ਤੇ ਉਹ ਤਾਂ ਦੂਰ ਨਹੀਂ ਜਦੋਂ ਇਹ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ। ਤੇ ਜਿਹੜੇ ਸਾਥੀਆਂ ਨੇ, ਜਿਹੜੇ ਸਾਡੇ ਸੀਨੀਅਰ ਉਸ ਇਨਸਾਨ ਨੇ ਇਸ PST ਲਾਈਵ TV ਦਾ ਇੱਕ ਬੀਜ ਹੋਇਆ ਹੋਏਗਾ, ਉਸ ਇਨਸਾਨ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਹ ਜਿਹੜਾ ਮੈਂ ਇੱਕ ਦਿਨ ਇੱਕ ਬੀਜ ਹੋਇਆ ਸੀ, ਅੱਜ ਉਹ ਬੀਜ ਉਂਗਰ ਕੇ ਬਰਕਤ ਦਾ ਰੂਪ ਲੈਣ ਦੇ ਵਿੱਚ ਤਿਆਰ ਹੋ ਗਿਆ। ਤੇ ਜੇ ਇਹ ਬਰਕਤ ਬਣਦਾ ਹੈ ਤੇ ਇਹਦੇ ਵਿੱਚ ਤੁਸੀਂ ਸਾਰੇ ਤੇ ਮੈਂ ਵੀ ਤੁਹਾਡੇ ਨਾਲ ਉਸ ਬਰਕਤ ਦੀਆਂ ਸ਼ਾਖਾਵਾਂ ਬਣਾਵਾਂਗਾ ਤੇ ਕੋਸ਼ਿਸ਼ ਕਰਾਂਗੇ ਜੋ ਤੁਸੀਂ ਸਾਡੇ ਤੋਂ ਉਮੀਦ ਰੱਖੀ ਹੈ, ਅਸੀਂ ਆਪਣੀ ਸੁਸਾਇਟੀ ਵਾਸਤੇ, ਤੁਹਾਡੇ PST ਚੈਨਲ ਵਾਸਤੇ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰ ਅਦਾ ਕਰਦਾ, ਇੱਥੇ ਦਾਤਿਆਂ ਦੇ ਰੋਜੇ ਆ, ਦਾਤਿਆਂ ਦਾ ਦਰਬਾਰ ਹੈ, ਕਿਉਂਕਿ ਮੈਂ ਵੀ ਅੱਜ ਸਾਹਿਬ ਦੇ ਦਰਬਾਰ ਦੀ ਸੇਵਾ ਕਰ ਰਿਹਾ ਭੂਪੁਰ ਵਿੱਚ, ਤੇ ਮੇਰਾ ਇੱਥੇ ਪੂਰਾ ਰਿਸ਼ਤਾ ਨਕੋਦਰ ਦੇ ਨਾਲ। ਮੈਂ ਉਹਨਾਂ ਦੇ ਆਸ਼ੀਰਵਾਦ ਨਾਲ ਇੱਥੇ ਆ, ਮੰਨ ਲਓ। ਦੂਸਰੇ ਨੰਬਰ 'ਤੇ ਮਾਨਕ ਕੋੜਾ ਜੀ, ਕੌਂਸਲਰ ਸਾਹਿਬ, ਜੋ ਵਿਨੋਦ ਸਾਹਿਬ, ਹੀਰਾ ਸਾਹਿਬ ਸਾਡੇ ਨਾਲ ਆਏ ਆ, ਬਾਕੀ ਸਵਾਲ ਸਾਹਿਬ, ਬਾਕੀ ਨੇ ਮੈਂ ਨਾ ਨਹੀਂ ਇਹਦੇ ਜਾਣੂ ਪੂਰਾ, ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਅੱਜ PST ਨਿਊਜ਼ ਨੂੰ, ਇਹ ਨਿਊਜ਼ ਚੈਨਲ ਵੀ ਹੈ ਤੇ ਇਹਦੀ ਅਖਬਾਰ ਵੀ ਚੱਲਦੀ ਹੈ PST ਦੀ। ਕਾਫੀ ਸਮੇਂ ਤੋਂ 5 ਸਾਲ ਤੋਂ ਇਸ ਚੈਨਲ ਨਾਲ ਜੁੜਿਆ ਹੈ। ਸਾਡੇ ਸੋਨੂ ਸਾਹਿਬ ਹੈ, ਚਰਨਜੀਤ ਸੋਨੂ ਜੀ ਟਾਂਡੇ ਤੋਂ, ਜੋ ਸਾਡੇ ਮੁੱਖ ਸੰਪਾਦਕ ਆ। ਮੈਨੂੰ ਵੀ ਇਹਨਾਂ ਨੇ ਸੇਵਾ ਦਿੱਤੀ ਸੀ, ਮੈਂ ਕੋਈ ਵੀ ਖਬਰ ਕਰਦੇ ਆ ਪਹਿਲਾਂ ਮੇਰੇ ਕੋਲ ਨਹੀਂ, ਮੈਂ ਪਾਸ ਕਰਦਾ, ਮਹਾਰਾਜ ਦਾ ਬੜਾ ਆਸ਼ੀਰਵਾਦ ਆ। ਉਸ ਤੋਂ ਬਾਅਦ ਇਹ ਖਬਰ ਬਣਾਉਂਦੇ ਆ, ਪਹਿਲਾਂ ਤੋਂ ਹੀ ਮੈਂ ਦੱਸਣਾ ਚਾਹੁੰਦਾ ਕਿ ਭਾਈ ਉਹਨਾਂ ਨੇ ਗੱਲ ਕੀਤੀ ਸੀ, ਜੋ ਕੌਂਸਲਰ ਸਾਹਿਬ ਉਹਨਾਂ ਨੇ, ਜੋ ਪਰਮਾਤਮਾ ਦਾ ਆਸ਼ੀਰਵਾਦ ਹੋਵੇ ਸਭ ਤੋਂ ਵੱਡਾ। ਮੈਂ ਟਰਾਂਸਪੋਰਟ, ਜਿੰਨੇ ਵੀ ਟਰਾਂਸਪੋਰਟ ਭੋਗੋ ਦੀ ਪ੍ਰੈਜ਼ੀਡੈਂਟ ਆ, ਬਾਕੀ ਸਮਾਜ ਸੇਵੀ ਜਥੇਬੰਦੀਆਂ ਨਾਲ ਮੇਰਾ ਬੜਾ ਤਾਲੁਕਾਤ ਹੈ। ਮੈਂ ਉਹਨਾਂ ਦੀ ਵੀ ਸੰਸਥਾ ਦੇ ਕਾਫੀ ਵਿਸ਼ਵ ਸੰਤ ਸਮਾਜ ਦਾ ਵੀ ਮੈਂ ਅਹੁਦੇਦਾਰ ਹਾਂ। ਇਹ ਪਰਮਾਤਮਾ ਬਖਸ਼ਦਾ ਸਾਰਾ ਕੁਝ, ਜੇ ਬੰਦਾ ਸਹੀ ਨੇਚਰ ਦੇ ਚੱਲੇ ਤਾਂ। ਗਲਤੀਆਂ ਦਾ ਪੁਤਲਾ ਇਨਸਾਨ, ਗਲਤੀਆਂ ਹੁੰਦੀਆਂ, ਪਰ ਅੱਜ ਦਾ ਵਿਸ਼ਾ ਆਪਣਾ ਇਹ ਆ ਕਿ ਆਪਾਂ ਇੱਥੇ ਆਏ ਹਾਂ ਤੁਹਾਡੇ ਕੋਲ, ਜਿਹੜਾ ਆਪਾਂ ਪੱਤਰਕਾਰੀ ਲੈਣ ਦੀਆਂ ਹੀ ਗੱਲਾਂ ਕਰਦੇ, ਉਹਦੇ ਵਿੱਚ ਬੈਠੇ ਭਾਜੀ ਹੋਣੀ, ਇਹਨਾਂ ਵੀ ਦੱਸਿਆ, ਉਹਦਾ ਆਪਣਾ ਦੱਸਿਆ, ਸਾਨੂੰ ਵਿਸ਼ਵਾਸ ਵੀ ਦਵਾਇਆ ਇਹਨਾਂ ਨੇ ਵਧੀਆ ਢੰਗ ਨਾਲ। ਇੱਕ ਪੱਤਰਕਾਰੀ ਕਿਉਂ 32 ਸਾਲ ਘੱਟ ਸੋਣਾ ਉਹਨਾਂ ਨੇ, ਕਿ ਪਹਿਲਾਂ ਅਖਬਾਰਾਂ ਦਾ ਯੁੱਗ ਸੀ, ਸਾਰੀਆਂ ਅਖਬਾਰਾਂ 'ਚ ਮੈਂ ਕੰਮ ਕੀਤਾ, ਹੁਣ ਆਹ ਯੁੱਗ ਆ ਗਿਆ ਆਪਣਾ ਚੈਨਲ ਦਾ। ਇਹ ਲਾਈਨ ਜਿਹੜੀ ਪੱਤਰਕਾਰੀ ਹੈ, ਬੜੀ ਤਿਲਕਣਬਾਜ਼ੀ ਹੈ। ਮੈਂ ਰਾਤ ਦੇ ਵਿੱਚ ਵੀ ਗੱਲ ਕਰਦਾ ਉਹਨਾਂ, ਜਦੋਂ ਸੁਣੀ ਬੰਦਾ ਕਿਤੇ ਵੀ ਜਾਂਦੇ ਵਿਨੋਦ ਭਾਜੀ ਨਾਲ ਮੈਂ ਗੱਲ ਕਰਦਾ, ਇਹਦੇ ਵਿੱਚ ਤਿਲਕਣਬਾਜ਼ੀ ਬਹੁਤ ਜ਼ਬਰਦਸਤ ਹੈ। ਜੋ ਸਮਾਜ ਜਿਹੜਾ ਅੱਜ ਦਾ ਸਮਾਜ ਪੱਤਰਕਾਰੀ ਲਾਈਨ ਨੂੰ ਨਹੀਂ, ਕਿਸੇ ਨੂੰ ਵੀ ਨਹੀਂ ਜੀਣ ਦਿੰਦਾ, ਭਾਵੇਂ ਲੱਖ ਜਤਨ ਕਰ ਲਓ ਤੁਸੀਂ ਚੰਗੇ ਬਣਦੇ। ਆਪਣੀ ਪੱਤਰਕਾਰ ਜਿਹੜਾ ਨਾ, ਪੱਤਰਕਾਰ ਨੂੰ ਆਪਣੀ ਤਾਕਤ ਨਹੀਂ ਦਿਖਾਉਣੀ, ਪੱਤਰਕਾਰ ਨੇ ਕਿਸੇ ਦੇ ਮੂਹਰੇ
ਜਿੱਥੇ ਲੋੜ ਪਵੇ ਉੱਥੇ ਬਣਾਉਣਾ ਵੀ ਪੈਂਦਾ। ਆਪਣੀ ਤਾਕਤ ਕਰਨ ਨਹੀਂ ਕਲਮ ਨਾਲ। ਜੇ ਤੁਹਾਡੀ ਕਲਮ ਸ਼ੁੱਧ ਆ ਤੇ ਤੁਹਾਡਾ ਕਲਮ ਆ ਤੇ ਤੁਸੀਂ ਕਦੀ ਵੀ ਧੋਖਾ ਨਹੀਂ ਖਾ ਸਕਦੇ। ਭਾਜੋ ਦੱਸਿਆ ਚੌਥਾ ਦਮ ਆ ਜਿਹੜੀ ਪੱਤਰਕਾਰੀ ਆ, ਇਹ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਰਾਸ਼ਟਰਪਤੀ ਤੋਂ ਲਾ ਕੇ ਥੱਲੇ ਤੱਕ ਜਿੰਨੇ ਮਹਿਕਮੇ ਪੁਲਿਸ ਦੇ ਆ, ਹੋਰ ਅਦਾਰੇ ਆ, ਸਾਰੇ ਸਰਕਾਰੀ, ਇਹਦੇ ਤੋਂ ਸਭ ਤੋਂ ਉੱਤੇ ਆ ਪੱਤਰਕਾਰੀ ਲਾਈਨ। ਜੇ ਆਪਾਂ ਮੰਨੀਏ ਤਾਂ ਤੁਹਾਡਾ ਇੰਨਾ ਅਸਰ ਸ਼ੁਰੂ ਹੋਊਗਾ, ਪਰ ਜੇ ਤੁਸੀਂ ਸੱਚਾਈ ਤੇ ਚੱਲੋਗੇ ਜਾਂ ਤੁਹਾਡੇ ਨੂੰ ਕੋਈ ਉਂਗਲੀ ਨਾ ਕਰ ਸਕੇ, ਫਿਰ ਤੁਸੀਂ ਜਦ ਕਿਸੇ ਵੀ ਦਫ਼ਤਰ ਜਾਓ, ਸਵਾਦ ਉਹ ਪੱਤਰਕਾਰੀ ਦਾ ਕਿ ਤੁਸੀਂ ਆਫਿਸ ਜਾਓ ਤੇ ਅਫਸਰ ਮੋਰੇ ਖੜਾ ਹੋਵੇ ਜਾ ਕੇ ਬੇਦਾਗ ਹੋ ਕੇ ਨਿਸ਼ਚਿੰਤ ਹੋ ਕੇ ਕਾਰਡ ਭੇਜੋ ਅਫਸਰ ਨੂੰ, ਅਫਸਰ ਤੁਹਾਨੂੰ ਅੰਦਰ ਆਪ ਬੁਲਾਵੇ, ਲੋ ਜੀ ਮਾਨ ਕੋੜਾ ਸਾਹਿਬ ਆਏ ਆ, ਉਹ ਅੰਦਰ ਆਉਣ। ਉਸ ਤੋਂ ਬਾਅਦ ਆਪਾਂ ਗੱਲ ਕਰਨੀ ਅੱਜ ਤੁਹਾਡੀ ਜਿਹੜੀ ਯੂਨਿਟ ਬੁੱਕ ਇੱਥੇ ਬਣਾਈ ਆ ਨਕੋਦਰ ਦੀ, ਇਹਦੇ ਸੰਬੰਧ 'ਚ ਆਪਾਂ ਮਾਨ ਕੋੜਾ ਜੀ ਜਿਹੜੇ ਕੌਂਸਲ ਸਾਹਿਬ ਬੈਠੇ ਬੜੇ ਸੋਝੇ ਸਾਰੇ, ਉਹ ਇਹਨਾਂ ਦੁਨੀਆ ਸਾਰੀ ਦੇਖੀ ਆ ਕੀ ਦੁਨੀਆ 'ਚ ਹੁੰਦਾ। ਆਪਾਂ ਇੱਕ ਝੂਠ ਇੱਦਾਂ ਦੀ ਪਾਉਣੀ ਨਕੋਦਰ ਦੇ ਵਿੱਚ ਕਿ PST ਨਿਊਜ਼ ਨਾ ਕਹੇ ਕਿ ਸਾਡੀ ਯੂਨਿਟ ਹੈ। PST ਨਿਊਜ਼ ਜਿਹੜਾ ਇਹ ਨਾ ਕਹੇ ਸਾਡੀ ਯੂਨਿਟ ਆ, ਸਾਰੇ ਅਦਾਰੇ ਕਹਿਣ ਕਿ ਸਾਡੀ ਯੂਨਿਟ ਹੈ, ਜਿਹੜੀ ਪੱਤਰਕਾਰੀ ਲੈਣ ਦੇ ਅਦਾਰੇ ਆ। ਤੁਹਾਡਾ ਨਾਂ ਤਾਂ ਹੋਣਾ ਜੇ ਤੁਸੀਂ ਆਪਣੀ ਕਲਮ, ਪਹਿਲਾਂ ਵੀ ਮੈਂ ਕਹਿ ਚੁੱਕਾ, ਕਲਮ ਦੀ ਤਾਕਤ ਰੱਖੋਗੇ। ਕਿਉਂਕਿ ਇਹ ਜਿਹੜਾ ਚੈਨਲ ਹੈ ਨਾ, ਇਹ ਚੈਨਲ ਸਾਡਾ ਹੈਡ ਆਫਿਸ ਜਿਹੜੇ ਬੈਠੇ ਭਾਜੀ ਹੋਣੀ ਇੰਗਲੈਂਡ 'ਚ ਬੈਠੇ, ਜੋ ਕਿ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਉਹਨਾਂ ਦੀ, ਤੇ ਇੰਗਲੈਂਡ ਵੀ ਚੱਲਦਾ, ਕੈਨੇਡਾ 'ਚ ਵੀ ਸਾਡੇ ਪੱਤਰਕਾਰ ਰੱਖੇ ਆ, ਗ੍ਰੀਸ ਵਿੱਚ ਵੀ ਹੈਗੇ ਆ, ਸਾਰੀ ਜਗ੍ਹਾ ਤੇ ਇੱਕ ਦੋ ਪੱਤਰਕਾਰ ਰੱਖੇ ਆ। ਪਰ ਸਾਡਾ ਜੋ ਹੈਡ ਆਫਿਸ ਭੋਗਪੁਰ ਵਿੱਚ ਇਹਦਾ PST ਦਾ, ਉਹ ਸਾਡਾ ਆਫਿਸ ਹੈ ਉੱਥੇ। ਤੇ ਮੈਂ ਕਾਫੀ ਚੈਨਲ ਤੋਂ ਕੰਮ ਕਰਦਾ ਉੱਥੇ। ਅਸੀਂ ਜਿਹੜੀ ਵੀ ਕੋਈ ਗੱਲ ਹੁੰਦੀ ਉੱਥੇ ਅਸੀਂ ਮਤਾ ਪਾਸ ਕਰਦੇ ਹਾਂ, ਫਿਰ ਅੱਗੇ ਚੱਲਦਾ ਸਾਰਾ ਕੁਝ। ਆਪਾਂ ਹੁਣ ਜਿਹੜੀ ਨਕੋਦਰ ਦੀ ਝੂਠ ਬਾਰੇ ਗੱਲ ਕਰਨੀ, ਅੱਜ ਤੁਹਾਨੂੰ ਉਹਦੇ ਦੇਣਾ ਹੈ, ਠੀਕ ਆ। ਉਹਦੇ ਦਾ ਮਕਸਦ ਇਹ ਨਹੀਂ ਵੀ ਉਹਦੇ ਜੀ ਆਪਾਂ ਉਹਦੇ ਲੈ ਲੈਣਾ, ਉਹਦਿਆਂ ਦਾ ਨਾਂ ਨਾ ਹੋਵੇ। ਉਹਦਿਆਂ ਦਾ ਕੰਮ ਹੋਣਾ ਚਾਹੀਦਾ ਕਿ ਉਹਦਿਆਂ ਦਾ ਕੰਮ ਕੀ ਹੈ, ਕੀ ਵਿਸਰਨਾ ਆਪਾਂ ਲੋਕਾਂ 'ਚ, ਸਮਾਜ ਨੂੰ ਕੀ ਦੇਣਾ ਆਪਣੀ, ਕਿ ਆਪਾਂ ਗਰੀਬ ਕੁੜੀਆਂ ਦੇ, ਚਲੋ ਸਾਡੀ ਤਾਂ ਸੰਸਥਾ ਬਹੁਤ ਹੈ, ਸਾਡੀਆਂ ਸੰਸਥਾਵਾਂ ਹੈਗੀਆਂ, ਅਸੀਂ ਵੀ ਸਹਿਯੋਗ ਕਰਾਂਗੇ, ਤੁਸੀਂ ਵੀ ਕਰੋ। ਕੋਈ ਗਰੀਬ ਲੜਕੀਆਂ ਦੀ ਕੋਈ ਸ਼ਾਦੀ ਕਰਨੀ ਹੈ ਜਾਂ ਅੱਖਾਂ ਦਾਨ ਕਰਨੀਆਂ, ਸਾਡੀ ਫਾਊਂਡੇਸ਼ਨ ਵੀ ਮੈਂ ਪ੍ਰੈਜ਼ੀਡੈਂਟ ਹਾਂ, ਉਹ ਅੱਖਾਂ ਵੀ ਦਾਨ ਕਰਦੇ ਹਾਂ, ਅਸੀਂ ਕਰਾਉਂਦੇ ਹਾਂ, ਲੜਕਿਆਂ ਦੀ ਮੈਰਿਜ ਵੀ ਕਰਾਉਂਦੇ ਹਾਂ, ਖੂਨਦਾਨ ਕੈਂਪ ਵੀ ਲਾਉਂਦੇ ਹਾਂ, ਬੜੇ ਕੰਮ ਕਰ ਰਹੇ ਹਾਂ ਅਸੀਂ। ਪਰ ਇੱਕ ਨਕੋਦਰ ਦੀ ਝੂਠ ਇੱਦਾਂ ਨਹੀਂ, ਮੇਰਾ ਮਨ ਆਪਣਾ ਕਹਿੰਦਾ, ਮੈਂ ਅੱਜ ਜੋ ਆਇਆ, ਮੈਂ ਰਸਤੇ ਵਿੱਚ, ਮੈਂ ਕਦੀ ਤੁਹਾਨੂੰ ਮਿਲਿਆ ਨਹੀਂ, ਮੈਂ ਰਸਤੇ ਵਿੱਚ ਸੋਨੂੰ ਨਾਲ ਗੱਲ ਕਰਦੇ ਸਾਰੀ, ਮੈਂ ਕਿਹਾ ਆਪਾਂ ਮੈਨੂੰ ਮਾਨ ਕੋੜਾ ਜੀ ਦਾ ਨਾਂ ਲੈਂਦੇ ਸੀ, ਕੌਂਸਲ ਸਾਹਿਬ ਦਾ ਮੇਰੇ ਕੋਲ ਨਾਂ ਲੈਂਦੇ ਸੀ। ਮੈਂ ਕਿਹਾ ਸੋਨੂੰ ਸਾਹਿਬ ਆਪਾਂ ਇੱਕ ਇੱਦਾਂ ਦੀ ਆਵਾਜ਼ ਬੁਲੰਦ ਕਰਨੀ ਨਕੋਦਰ ਦੇ ਵਿੱਚ PST ਨਿਊਜ਼ ਦੀ, ਜਿਹੜਾ ਕੋੜਾ ਸਾਹਿਬ ਤੇ ਕੌਂਸਲ ਸਾਹਿਬ ਨੂੰ ਲੋਕ ਕਹਿਣ ਕਿ ਵਾਕਿਆ ਹੀ ਸਮਾਜ ਸੇਵਕ ਆ ਤੇ ਦਿਲੋਂ ਕੰਮ ਕਰਦਾ ਪੱਤਰਕਾਰ। ਮੈਨੂੰ ਇਸ ਗੱਲ ਦਾ ਫਖਰ ਆ ਪੂਰਾ ਕਿ ਜਿਹੜਾ ਬੰਦਾ ਇਕੱਲੀ ਪੱਤਰਕਾਰੀ ਕਰਦਾ ਉੱਤੇ ਡਿਪੈਂਡ ਨਹੀਂ ਪੱਤਰਕਾਰੀ ਅੱਜ ਦਾ ਟਾਈਮ। ਪੱਤਰਕਾਰੀ ਦੇ ਨਾਲ ਨਾਲ ਜਿਹੜੇ ਆਪਣਾ ਬੰਦਾ ਕੰਮ ਕਰਦਾ, ਭਾਜੀ ਨੂੰ ਇਲੈਕਸ਼ਨ ਦਾ ਕੰਮ ਦੱਸਿਆ, ਇਹਨਾਂ ਨੇ ਆਪਣਾ ਕੈਮਰਾ ਦੱਸਿਆ, ਹੋਰ ਵੀ ਹੀਰਾ ਸਾਹਿਬ ਨੇ ਕੰਮ ਸਾਰੇ ਦੱਸਿਆ, ਆਪਣੇ ਆਪਣੇ ਕੰਮ ਵੀ ਆਪਾਂ ਕਰਨੇ ਆ, ਜੋ ਆਪਾਂ ਪਰਿਵਾਰ ਚਲਾਉਣੇ ਆ, ਆਪਾਂ ਕੰਮ ਵੀ ਕਰਨੇ ਆ ਤੇ ਆਪਾਂ ਪੱਤਰਕਾਰੀ ਦੇ ਵਿੱਚ ਅੱਗੇ ਵੀ ਵਧਣਾ। ਕਿਉਂਕਿ ਕਿਸੇ ਟਾਈਮ ਗਗਨ ਜੀ ਸੀ ਸਾਡੇ ਤੇ ਮੈਂ ਕੋਈ, ਮੇਰਾ ਰਿਸ਼ਤਾ ਬਹੁਤ ਪੁਰਾਣਾ ਇਸ ਨਾਲ, ਕਿਤਾਬਾਂ ਵਾਲੇ ਗਗਨ ਸੀ ਤੇ ਜਿਹਨਾਂ ਦੀ ਇੱਦਾਂ ਹੋ ਗਈ ਸੀ ਗੱਲਬਾਤ, ਉਹਨਾਂ ਨਾਲ ਮੇਰਾ ਲਿੰਕ ਬਹੁਤ ਰਿਹਾ। ਤੇ ਇਹ ਜਿਹੜਾ ਇਹ ਏਰੀਆ ਤੁਹਾਡਾ ਨਕੋਦਰ ਦਾ ਨਾ, ਇਹ ਬਹੁਤ ਵਧੀਆ ਏਰੀਆ। ਮੈਂ ਇੱਧਰਲੀ ਸਾਈਡ ਬਹੁਤ ਦੇਖੀ ਹੈ ਸਾਰੀ, ਚੱਕ ਪਿੰਡ ਵਗੈਰਾ, ਬਜੂਏ ਵਗੈਰਾ, ਇੱਧਰ ਮੈਂ ਤੁਹਾਡਾ ਸ਼ੰਕਰ ਸਰੀ
ਇੱਧਰਲੀ ਸਾਈਡ ਵੀ ਦੇਖੀ ਹੈ ਮੈਂ ਸਾਰੀ ਤੁਹਾਡੀ। ਮਹਿਤਪੁਰ ਸਾਹਿਬ ਸ਼ਾਹਕੋਟ ਮੈਨੂੰ ਜਾਣ ਦਾ ਮੌਕਾ ਮਿਲਦਾ, ਪਹਿਲਾਂ ਵੀ ਮਿਲਦਾ ਸੀ, ਹੁਣ ਤਾਂ ਜ਼ਿਆਦਾ ਮਿਲਣ ਲੱਗ ਪਿਆ ਕਿਉਂਕਿ ਮਹਾਰਾਜ ਬੜਾ ਮਾਣ ਬਖਸ਼ਿਆ। ਤੇ ਹੁਣ ਆਪਾਂ ਅੱਜ ਜੁੰਡ ਕੈਂਪ ਕਰਨੀ ਕੋਟਾ ਸਾਹਿਬ ਜੀ। ਅੱਜ ਆਪਾਂ ਸਹੁੰ ਖਾਣੀ ਦਿਲੋਂ, ਕਹਿ ਕੇ ਸਹੁੰ ਨਹੀਂ ਖਾਈ ਦੀ, ਦਿਲੋਂ ਇਹ ਸਹੁੰ ਖਾਣੀ ਵੀ ਆਪਾਂ ਗਰੀਬਾਂ ਦੀ ਮਦਦ ਕਰਨੀ ਆ। ਜਿਹਦੇ ਨਾਲ ਧੱਕਾ ਹੁੰਦਾ, ਚਾਹੇ ਕੋਈ ਵੀ, ਮੈਂ ਕਿਸੇ ਪ੍ਰਸ਼ਾਸਨ ਦਾ ਨਾਂ ਨਹੀਂ ਹੁੰਦਾ, ਕਿਸੇ ਨੇ ਕੋਈ ਵੀ ਧੱਕਾ ਕਰਦਾ ਕਿਸੇ ਨਾਲ, ਉਹ ਧੱਕਾ ਜਾਇਜ਼ ਹੋਵੇ, ਠੀਕ ਆ, ਜਾਇਜ਼ ਧੱਕਾ ਹੋਵੇ। ਉਸ ਧੱਕੇ ਦਾ ਆਪਾਂ ਵਿਰੋਧ ਕਰਕੇ ਉਸ ਬੰਦੇ ਨੂੰ ਹੱਕ ਦਿਵਾਉਣਾ। ਹੱਕ ਉਹ ਦਿਵਾਉਣਾ, ਇੱਕ ਤਾਂ ਉਹਦਾ ਪੈਸਾ ਨਾ ਕੋਈ ਲੱਗੇ, ਦੂਸਰਾ ਕਿ ਆਪਾਂ ਅੰਦਰ ਵੜ ਕੇ ਕਿਸੇ ਵੀ ਮਹਿਕਮੇ ਦੇ ਅਫਸਰ ਨਾਲ, ਪ੍ਰਸ਼ਾਸਨ ਅੰਦਰ ਵੜ ਕੇ ਉਹ ਗੱਲ ਨਹੀਂ ਕਰਨੀ। ਜਦੋਂ ਤੁਸੀਂ ਇੱਕ ਵਾਰੀ ਕੋਟਾ ਸਾਹਿਬ ਜੀ ਹੋ ਗਿਆ ਨਾ ਦਾਗੀ, ਭਾਵੇਂ ਤੁਸੀਂ ਲੱਖ ਯਤਨ ਕਰ ਲਓ, ਉਹ ਗੱਲ ਨਹੀਂ ਬਣਨੀ। ਤੁਸੀਂ ਚਲਾਓ ਮੁਹਿੰਮ ਆਪਣੀ, ਮੀਟਿੰਗਾਂ ਰੱਖੋ ਲੋਕਾਂ ਦੇ ਵੀ, ਜਿੱਥੇ ਅਸੀਂ ਰੱਖਣੀਆਂ ਤੁਹਾਨੂੰ ਬੁਲਾਇਆ ਕਰਾਂਗੇ, ਤੇ ਤੁਹਾਨੂੰ ਕਰਨ ਦੀ ਤਾਕਤ ਆਪਣੀ ਬਣਾਓ ਵੀ ਕਰਮ ਕਿੱਦਾਂ ਚਲਾਉਣੀ ਆ। ਮੇਰਾ ਸਾਰੇ ਪੰਜਾਬ ਦੇ ਵਿੱਚ ਧੜਕਣ ਕਲਮ ਲਿਖਿਆ ਮੈਨੂੰ ਬਾਬਾ ਸੁਖਜਿੰਦਰ ਧੜ ਕਲਮ ਤੋਂ ਭੋਗਪੁਰ ਤੋਂ ਆ। ਉਹ ਕਿਉਂ ਲਿਖਿਆ ਗਿਆ, ਇੰਨੇ ਸਾਲ ਹੋ ਗਏ। ਪੰਨੂ ਸਾਹਿਬ, ਮੇਰੇ ਪੰਨੂ ਸਾਹਿਬ ਜਿਹੜੇ ਨਵੇਂ ਜਮਾਨੇ ਦੇ, ਉਹਨਾਂ ਤੋਂ ਮੈਂ ਬੜੀ ਸਿੱਖਿਆ ਲਈ ਸੀ ਕਿਸੇ ਟਾਈਮ, ਉਹੀ ਸਿੱਖਿਆ ਚੱਲਦੀ ਹੁੰਦੀ। ਮੈਂ ਬਹੁਤ ਚਿਰ ਕੰਮ ਕੀਤਾ ਨਵੇਂ ਜਮਾਨੇ 'ਚ ਵੀ, ਅਜੀਤ 'ਚ ਵੀ ਕੀਤਾ, ਕਈਆਂ ਅਖਬਾਰਾਂ 'ਚ ਕੀਤਾ ਮੈਂ। ਇਹ ਸਿਹਤ ਹੁੰਦੀ ਆ, ਸਿਹਤ ਦੇ ਨਾਲ ਹੀ ਆਪਾਂ ਇਹ ਨਹੀਂ ਵੀ ਇੱਕ ਬੰਦੇ ਨੇ ਸਾਨੂੰ ਅੱਜ ਕਹਿ ਦਿੱਤਾ ਜੀ ਤੂੰ ਕੌਣ ਹੈ, ਵੀ ਕਿੱਦਾਂ ਹੈ, ਪੱਤਰਕਾਰ ਹੈ ਤੂੰ। ਮੈਂ ਇੱਕ ਮਿਸਾਲ ਦਿੰਦਾ, ਤੂੰ ਆਹ ਕਰਦਾ ਜੀ, ਕੋਈ ਨਹੀਂ ਸਰ, ਕੋਈ ਗੱਲ ਨਹੀਂ, ਜੋ ਤੁਹਾਨੂੰ ਚੰਗਾ ਲੱਗਦਾ ਉਹੀ ਕਰਨਾ। ਆਪਾਂ ਉਹਦੇ ਗੱਲ ਨਹੀਂ ਪੈਣਾ। ਇੱਕ ਦੋ ਵਾਰੀ ਦੇਖੋ, ਜੇ ਨਹੀਂ ਅੜਦਾ ਤਾਂ ਫਿਰ ਆਪਣੀ ਤਾਕਤ ਵਰਤੋ। ਅੱਜ ਤੱਕ ਤੁਸੀਂ ਵਰਤਦੇ ਆ, ਸਵੇਰੇ ਆਪੇ ਲੋਕਾਂ ਨੂੰ ਪਤਾ ਲੱਗ ਜਾਣਾ। PST ਨਿਊਜ਼ ਦੀਆਂ ਅਖਬਾਰ ਵੀ ਚਲਾ ਰਿਹਾ, ਉੱਥੋਂ ਟਾਂਡੇ ਤੋਂ ਭੋਗਪੁਰ ਤੋਂ ਵੀ ਚਲਾ ਰਿਹਾ, ਤੇ ਅਸੀਂ ਤੁਹਾਨੂੰ ਮੌਕਾ ਵੀ ਦੇਵਾਂਗੇ ਆਉਣ ਦਾ। ਭੋਗਪੁਰ ਦੀ ਮੀਟਿੰਗ ਰੱਖਾਂਗੇ ਵਧੀਆ ਢੰਗ ਨਾਲ, ਮੀਟਿੰਗਾਂ ਚੱਲਦੀਆਂ ਸਾਡੀਆਂ। ਹੁਣ ਸਾਡੀਆਂ ਰੋਡ ਜਿੰਨੀਆਂ ਮੀਟਿੰਗ ਹੋਈ ਚੱਲਦੀਆਂ, ਤੁਸੀਂ ਤਾਂ ਬਟਾਲਾ ਕਰ ਸਾਰਾ ਏਰੀਆ ਕਰਨਾ ਹੈ। ਅਸੀਂ ਜਲਦੀ ਹੈ PST ਦੀ, ਜਿਹੜਾ ਸਾਡਾ ਮੁੱਖ ਮੁੱਦਾ PST ਨੂੰ ਬਿਲਕੁਲ ਪੰਜਾਬ ਦੇ ਵਿੱਚ ਕਾਮਯਾਬ ਕਰਨਾ। ਅਸੀਂ ਸੋਨੂ ਸਾਹਿਬ ਦਾ ਬਹੁਤ ਧੰਨਵਾਦੀ ਹਾਂ, ਅਸੀਂ ਜਿਹੜੇ ਸੋਨੂ ਸਾਹਿਬ ਬੜੀ ਮਿਹਨਤੀ, ਬੜੇ ਚਿਰ ਤੋਂ ਸਮਰਥਨ ਸਾਡਾ ਚੱਲਦਾ ਹੁੰਦਾ ਸੀ, ਅੱਜ ਤੋਂ 30 ਸਾਲ ਪਹਿਲਾਂ। ਉਸ ਤੋਂ ਬਾਅਦ ਮੈਂ ਚਲਾਇਆ ਮਿੱਠੇ ਬੋਲ ਭੋਗਪੁਰ, ਪਹਿਲਾਂ ਉਹ ਚੱਲਿਆ ਸੀ, ਉਸ ਤੋਂ ਬਾਅਦ ਮਿੱਠੇ ਬੋਲ ਚੱਲਿਆ ਸੀ ਸਾਡਾ। ਅਸੀਂ ਇਹਨੇ ਸਾਡਾ ਪਹਿਲਾਂ ਤੋਂ ਮਿੱਤਰ ਆ ਮੇਰਾ, ਇਹ ਪਹਿਲਾਂ ਤੋਂ ਮੈਨਾਂ ਉੱਥੇ ਟਾਂਡੇ ਵਿੱਚ ਸਮਰਥਨ ਕੰਮ ਕੀਤਾ ਸੀ। ਅੱਜ ਤੋਂ ਮੇਰਾ 25 ਸਾਲ ਹੋ ਗਿਆ ਸੋਨੂ ਸਾਹਿਬ ਜੀ। ਉਸ ਤੋਂ ਬਾਅਦ ਫਿਰ ਮੈਂ ਮਿੱਠੇ ਬੋਲ ਚਲਾਇਆ ਬੜਾ ਚਿਰ ਇੱਥੇ ਭੋਗਪੁਰ 'ਚ। ਉਸ ਤੋਂ ਬਾਅਦ ਮੇਰਾ ਜੋ ਹੁਣ ਅਖਬਾਰਾਂ ਦਾ ਆ ਗਿਆ, ਚੈਨਲ ਦਾ ਆ ਗਿਆ, ਤੇ ਹੁਣ ਸਾਨੂੰ ਇੱਧਰ ਨੂੰ ਵੀ ਤੁਰਨਾ ਪਿਆ ਕਿਉਂਕਿ ਮੇਰੀ ਐਂਕਰੀ ਮੈਂ ਮਾਣ ਨਹੀਂ ਕਰਦਾ। ਕੋਈ ਉਸਤਾਦ ਵੀ ਹੁੰਦਾ, ਮੇਰਾ ਕੋਈ ਉਸਤਾਦ ਵੀ ਹੈਗਾ ਜਿਹਨੇ ਮੈਨੂੰ ਗੋਲਾ ਚੱਲਿਆ ਬਹੁਤ ਜ਼ਿਆਦਾ, ਤੇ ਅੱਜ ਮੇਰੀ ਐਂਕਰੀ ਜਿਹੜੀ ਬੜੀ ਕਾਮਯਾਬ ਚੱਲ ਰਹੀ ਸਾਰੇ ਪੰਜਾਬ 'ਚ। ਤੇ ਮੈਂ ਕੋਈ ਭਾਸ਼ਾ ਵੀ ਹੋਵੇ, ਭਾਵੇਂ ਚਾਹੇ ਇੰਗਲਿਸ਼ ਹੋਵੇ, ਕੋਈ ਵੀ ਭਾਸ਼ਾ ਹੋਵੇ, ਮੈਂ ਉਹਨਾਂ ਅਫਸਰ ਨਾਲ ਗੱਲ ਵੀ ਕਰ ਸਕਦਾ, ਤੇ ਮੈਂ ਆਪਣੀ ਜੁਰਤ ਨਾਲ ਐਂਕਰੀ ਕਰਦਾ। ਜੁਰਤ ਨਾਲ ਅਫਸਰ ਨਾਲ ਜੁਰਤ ਨਾਲ ਗੱਲ ਕਰੋ ਤੇ ਜੁਰਤ ਨਾਲ ਜਵਾਬ ਦਿਓ। ਜੇ ਜੁਰਤ ਨਾਲ ਤੁਸੀਂ ਗੱਲ ਨਹੀਂ ਕਰਦੇ, ਪਹਿਲਾਂ ਹੀ ਮੈਂ ਜੈਨ ਸਾਹਿਬ ਨੂੰ ਰਸਤੇ ਵਿੱਚ ਕਹਿੰਦਾ ਸੀ, ਜੈਨ ਸਾਹਿਬ ਜੀ ਮੈਂ ਤੁਹਾਡੀਆਂ 2-3 ਵੀਡੀਓ ਦੇਖੀਆਂ ਪਰ ਮੈਨੂੰ ਪਸੰਦ ਨਹੀਂ ਆਈ। ਕਹਿੰਦੇ ਉਹ ਕਿੱਦਾਂ, ਕਹਿੰਦੇ ਫਿਰ ਪਰ ਇਹਨਾਂ ਨੇ ਇੱਕ ਗੱਲ ਕਹੀ ਜੈਨ ਸਾਹਿਬ ਨੇ, ਕਹਿੰਦੇ ਬਾਬਾ ਜੀ ਬਹੁਤ ਵਧੀਆ ਜਿਹੜਾ ਤੁਸੀਂ ਮੇਰੇ ਤੇ ਨੁਕਸ ਕੱਢਿਆ, ਮੈਂ ਮੰਨ ਗਿਆ ਸੀ। ਕਹਿੰਦੇ ਬਾਬਾ ਜੀ ਤੁਸੀਂ ਮੈਨੂੰ ਕਾਮਯਾਬ ਕਰੋ। ਉਸ ਤੋਂ ਬਾਅਦ ਸੋਨੂ ਉਹਨਾਂ ਦੀ ਗੱਲ ਆ ਗਈ। ਸੋਨੂ ਚਲੋ ਪੁਰਾਣੇ ਤਜਰਬੇਕਾਰ ਆ, ਪਰ ਇਹਨਾਂ ਨੂੰ ਵੀ ਬੜੀ ਡਿਸਕਸ ਐਂਕਰੀ ਬਾਰੇ ਹੁੰਦੀ ਰਹਿੰਦੀ ਹੈ, ਕਿਉਂਕਿ ਕੰਮ ਤਾਂ ਸਾਰੀ ਉਮਰ ਨਹੀਂ ਆਉਂਦਾ ਇਨਸਾਨ ਨੂੰ। ਕੌਂਸਲ ਸਾਹਿਬ ਦਾ ਕੰਮ ਨਹੀਂ ਸਾਰੀ ਉਮਰ ਆਉਂਦਾ ਇਨਸਾਨ ਨੂੰ, ਤੇ ਸਾਡੇ ਨਾਲ ਬਾਬਾ ਜੀ ਵੀ ਜੁੜੇ ਆ। ਅਸੀਂ ਜਿਹੜੀ ਵੀ ਗੱਲ ਕਰਨੀ ਆ, ਵਿਨੋਦ ਭਾਜੀ, ਮੈਂ ਤੇ ਸੋਨੂ ਸਾਹਿਬ ਨੇ ਪਹਿਲਾਂ ਡਿਸਾਈਡ ਕਰਨੀ ਆ, ਉਸ ਤੋਂ ਬਾਅਦ ਬਾਹਰ ਜਾਣਾ। ਤੁਸੀਂ ਇਹ ਤੁਹਾਨੂੰ ਇੱਕ ਕੋੜਾ ਸਾਹਿਬ ਵੀ ਉਦਾਹਰਨ ਹੈ ਮੇਰੀ, ਮੈਂ ਵੱਡਾ ਵੀ ਤੁਹਾਡੇ ਤੋਂ, ਕਿ ਮੇਰੀ 60 ਸਾਲ ਦੀ ਉਮਰ ਦੀ ਮੈਨੂੰ ਕਹਿੰਦਾ ਨਹੀਂ, ਤੇ ਮੈਂ ਆਪਣਾ ਰੈਫਰੈਂਸ ਦੇਣਾ ਤੁਹਾਨੂੰ। ਮੈਂ ਭੋਗਪੁਰ ਦਾ ਰਹਿਣ ਵਾਲਾ ਖਾਸ, ਤੇ ਮੇਰਾ ਇੱਕ ਬੇਟਾ ਉਹ ਆਸਟ੍ਰੇਲੀਆ ਰਹਿੰਦਾ, 15 ਸਾਲ ਹੋ ਗਏ, ਇੱਕੋ ਮੇਰਾ ਬੇਟਾ। ਹਾਂਜੀ, ਤੇ ਮੇਰੀ ਨੂੰਹ ਵੀ ਆਸਟ੍ਰੇਲੀਆ, ਅੱਜ ਕੱਲ੍ਹ ਮੇਰੀ ਮਿਸਿਸ ਵੀ ਆਸਟ੍ਰੇਲੀਆ ਗਏ ਆ, ਤੇ ਬੜੀ ਮਹਾਰਾਜ ਦੀ ਕਿਰਪਾ, ਤੁਹਾਡੇ ਸਾਰੇ ਭੈਣ ਭਰਾਵਾਂ ਦਾ ਆਸ਼ੀਰਵਾਦ ਆ, ਰੱਬ ਦਾ ਨਾਮ ਵੀ ਆ, ਮਾਣ ਵੀ ਆ। ਉਹ ਤਾਂ ਬਣਿਆ ਆਪਣੀ ਜਵਾਨ ਤੇ, ਜੇ ਕੋੜਾ ਸਾਹਿਬ ਦੀ ਜਵਾਨ ਆਪਣੀ ਠੀਕ ਹੈ ਨਾ, ਤੇ ਜਵਾਨ ਨੇ ਸਾਰਾ ਕੁਝ ਦਿੱਤਾ। ਮੈਂ ਜ਼ਿਆਦਾ ਗੱਲਾਂ ਮੈंने ਸਾਰਿਆਂ ਨੂੰ ਦੱਸੀ, ਸੋਨੂ ਸਾਹਿਬ ਨੇ ਦੱਸੀ, ਰੋਟੀ ਕੌਂਸਲ ਸਾਹਿਬ ਨੇ ਦੱਸੀ ਤੁਹਾਨੂੰ, ਕਿਉਂ ਮੈਂ ਲੈਕਚਰ ਤਾਂ ਬਹੁਤ ਕਰ ਲੈਂਦਾ। ਫਿਰ ਜਿੱਦਾਂ ਦਾ ਟਾਈਮ ਹੁੰਦਾ ਉਦੋਂ ਦਾ, ਜਿੱਦਾਂ ਦਾ ਮੇਲਿਆਂ 'ਤੇ ਵੀ ਵੱਖਰਾ ਹੁੰਦਾ, ਫਿਰ ਸਾਲਾਂ ਦਾ ਵੱਖਰਾ ਹੁੰਦਾ,
ਤੇ ਮੈਂ ਹੀ ਕਰਦਾ ਰਹਾਂ, ਜਿੱਥੇ ਵੀ ਸਕੱਤਰ ਮੈਂ ਹੀ ਹੁੰਨਾ, ਜਿੱਥੇ ਵੀ ਮੈਨੂੰ ਕਿਤੇ ਵੀ ਇੰਨਾ ਮਾਣ ਪਰਮਾਤਮਾ ਨੇ ਬਖਸ਼ਿਆ। ਬਾਕੀ ਧੰਨਵਾਦ ਜੀ ਤੁਹਾਡੇ, ਜਿਹੜਾ ਤੁਸੀਂ ਇੰਨਾ ਮਾਣ ਕੀਤਾ ਸਾਰਿਆਂ ਦਾ। ਭਾਈ ਵੀ ਵੱਡੇ ਭਾਈ ਦਾ ਮੈਂ ਨਾਂ ਨਹੀਂ ਜਾਣਦਾ, ਸਾਡੇ ਵੱਡੇ ਸਾਡੇ ਤੋਂ ਉਹ ਅੱਛਾ ਉਹ ਅੱਛਾ ਜੀ, ਇੱਕ ਸਾਡਾ ਮਿਸ਼ਨ ਆ ਜੋ ਸੋਨੂੰ ਸਾਹਿਬ ਦੀ ਮੇਰੀ 15 ਦਿਨ ਪਹਿਲਾਂ ਗੱਲ ਹੋਈ ਸੀ ਫੋਨ ਤੇ। ਉਹ ਮਿਸ਼ਨ ਬੜਾ ਭਿਆਨਕ ਹੈ। ਭਿਆਨਕ ਨਹੀਂ ਹੁੰਦਾ, ਦੱਸਣਾ ਪੈਂਦਾ ਭਿਆਨਕ, ਕਿਉਂਕਿ ਕੋਈ ਵੀ ਇਨਸਾਨ ਜਿੰਦਾ ਹੁੰਦਾ ਨਾ ਜਦੋਂ, ਉਹਨੂੰ ਲੋਕ ਬਹੁਤ ਸਲਾਮਾਂ ਕਰਦੇ, ਚਾਹੇ ਉਹ ਚੰਗਾ ਹੋਵੇ ਤੇ ਚਾਹੇ ਮਾੜਾ ਹੋਵੇ। ਮਾੜਿਆਂ ਨੂੰ ਜ਼ਿਆਦਾ ਹੁੰਦੀਆਂ। ਇਹਦੇ ਵਿੱਚ ਅਸੀਂ ਇੱਕ ਟਰਸਟ ਬਣਾ ਰਹੇ ਹਾਂ, ਜਿਹਦੇ ਵਿੱਚ ਅਸੀਂ 15 ਮੈਂਬਰੀ ਕਮੇਟੀ ਬਣਾਈ। ਤੁਹਾਡੇ ਮੈਂਬਰ ਨੂੰ ਕੋਦਰ ਤੋਂ ਅਸੀਂ ਹੀਰਾ ਸਾਹਿਬ ਦੇ ਨਾਲ ਰਵਾਂਗੇ। ਬਾਬਾ ਜੀ ਸਾਡੇ ਬੈਠੇ ਬੜੇ ਕਿੱਡੇ ਦੇ ਸੇਵਾ ਕਰਦੇ ਮੇਰੇ ਨੂੰ, ਕਿਉਂ ਅਸੀਂ ਬਾਣੇ ਨਹੀਂ ਪਾਉਂਦੇ। ਸਾਨੂੰ ਬਾਬਾ ਜੀ ਨੂੰ ਬਹੁਤ ਟਾਈਮ ਹੋ ਗਿਆ ਸ਼੍ਰੀ ਚੰਦ ਮਹਾਰਾਜ ਦੀ ਗੱਦੀ ਇਹਨਾਂ ਦੇ ਕੋਲ, ਤੇ ਮੇਰੇ ਕੋਲ ਵੀਰਾਂ ਦੀ ਗੱਦੀ ਆ। ਮੈਂ 29 ਸਾਲ ਹੋ ਗਿਆ ਉੱਤੇ, ਬਾਬਾ ਜੀ ਮੈਨੂੰ ਆਸ਼ੀਰਵਾਦ ਦੇ ਕੇ ਦੇਗਾ ਸੀ, ਤੇ ਮੈਂ ਵੀ ਸੇਵਾ ਕਰਦਾ 29 ਸਾਲ ਹੋ ਜਾਂਦੇ। ਤੇ ਸਾਡਾ ਇੱਕ ਵਿਨੋਦ ਭਾਜੀ ਬੜੇ ਪੁਰਾਣੇ, ਸਾਡੇ ਹੀਰਾ ਜੀ ਨੇ ਬਹੁਤ ਪੁਰਾਣੇ ਆ। ਅਸੀਂ ਇੱਕ ਟਰਸਟ ਬਣਾ ਰਹੇ, ਟਰਸਟ ਕੌਂਸਲ ਸਾਹਿਬ, ਉਹਦੇ ਵਿੱਚ ਅਸੀਂ ਜਿੰਨੀਆਂ ਡੈੱਡ ਬੋਡੀਆਂ ਹੁੰਦੀਆਂ ਸਾਡੀ ਰੇਂਜ 'ਚ ਹੋਣਗੀਆਂ, ਚਾਹੇ ਉਹ ਹੁਸ਼ਿਆਰਪੁਰ ਹੋਵੇ, ਚਾਹੇ ਬੈਂਗੋਵਾਲ ਹੋਵੇ, ਚਾਹੇ ਭਲਾਤ ਹੋਵੇ, ਕੋਈ ਵੀ ਏਰੀਆ ਦੇ ਵਿੱਚ ਹੋਵੇ, ਉਹ ਅਸੀਂ ਇੱਕ ਨੰਬਰ ਕਰਾਂਗੇ ਆਪਣਾ, 2 ਨੰਬਰ ਦੇਵਾਂਗੇ ਅਸੀਂ। ਉਹ ਡੈੱਡ ਬੋਡੀਆਂ ਦਾ ਅਸੀਂ ਨਹੀਂ ਕਰ ਸਕਦੇ ਕੁਛ ਵੀ, ਸੇਵਾ ਤਾਂ ਨਹੀਂ ਕਹੀ ਜਾ ਸਕਦੀ। ਉਹ ਅਸੀਂ ਕਿਤੇ ਵੀ ਕੋਈ ਸਾਨੂੰ ਸੱਦੂਗਾ ਡੈੱਡ ਬੋਡੀ ਲਿਜਾਣ ਲਈ, ਉਹਦੀ ਡੀਸੀ ਸਾਹਿਬ ਕੋਲ ਜਾ ਰਹੇ ਹਾਂ ਹੁਣ, ਤੇ ਹੁਸ਼ਿਆਰਪੁਰ 3-4 ਦਿਨ ਵਿੱਚ ਉਹਦਾ ਬਣਦਾ, ਉਹਦਾ ਸਰਟੀਫਿਕੇਟ ਬਣਦਾ, ਕਿਉਂਕਿ ਕੱਲ੍ਹ ਨੂੰ ਕੋਈ ਇਹ ਨਾ ਕਹਿ ਸਕੇ ਜੀ ਇਹ ਡੈੱਡ ਬੋਡੀ ਤੁਸੀਂ ਚੱਕੀ ਆ, ਆਪਣੀ ਤੁਹਾਡੀ ਗੱਡੀ ਹੈ, ਇਹਦੇ ਕੋਲ ਸੋਨਾ ਇੰਨਾ ਸੀ, ਪੈਸਾ ਸੀ। ਉਹਦਾ ਅਸੀਂ ਡਿਸੀਜਨ ਲਿਆ ਤਾਂ, ਕਿਉਂਕਿ ਬਹੁਤ ਜ਼ਿਆਦਾ ਕਮੀ ਆ। ਐਂਬੂਲੈਂਸ ਹੈਗੀਆਂ ਬਹੁਤ, ਪਰ ਅਸੀਂ ਆਪਣੇ ਵੱਲੋਂ ਵੀ ਭੋਗਪੁਰ ਤੇ ਵੈਸੇ ਮੇਰ ਰੱਖਾਂਗੇ, ਭੋਗਪੁਰ ਤੇ ਅਸੀਂ ਟਾਂਡਾ, ਜਿੱਥੋਂ ਵੀ ਸਾਨੂੰ ਫੋਨ ਆਊਗਾ, ਤੇ ਸਾਡੇ ਪੱਤਰਕਾਰ, ਅਸੀਂ ਹੋਰ ਨਹੀਂ ਕਿਸੇ ਨੂੰ ਲਵਾਂਗੇ ਨਾ, ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਇਹਨਾਂ ਦੇ ਵਿੱਚੋਂ ਅਸੀਂ ਸਾਡੀ ਆਪਣੀ ਟੀਮ ਚੋਂ ਅਸੀਂ ਉਹ ਡੈੱਡ ਬੋਡੀਆਂ ਨੂੰ ਚੱਕਾਂਗੇ ਤੱਕ ਅਸੀਂ ਉਹਦੀ ਸੇਵਾ ਕਰਾਂਗੇ। ਉਹ ਹੋਣੀ ਤੁਹਾਡੇ ਸਹਿਯੋਗ ਨਾਲ ਹੈ, ਤੇ ਤੁਸੀਂ ਵੀ ਇੱਥੇ ਆਪਣਾ ਕਰਿਓ। ਅਸੀਂ ਉਹ ਕਮੇਟੀ ਬਣਾ ਰਹੇ ਹਾਂ ਉਹ ਪਹਿਲਾਂ, ਤੇ ਵਿਨੋਦ ਭਾਜੀ ਕਰ ਰਿਹਾ ਸਾਰਾ ਕੁਝ ਇਹਦੇ ਬਾਰੇ, ਤੇ ਅਸੀਂ ਉਹਦੀ ਕਮੇਟੀ ਟਰਸਟ ਬਣਾ ਰਹੇ ਹਾਂ। ਟਰਸਟ ਦੇ ਵਿੱਚ ਭੋਗਪੁਰ ਦੇ ਜਿਹੜੇ ਥੋੜ੍ਹੇ ਜਿਹੇ ਬੰਦੇ ਸਾਰੇ ਉਹ ਵੀ ਆਉਣਗੇ, ਪ੍ਰੈਜ਼ੀਡੈਂਟ ਕੌਂਸਲ ਵਗੈਰਾ ਉਹ ਸਾਰੇ ਜਿੰਨੇ ਵੀ ਆ, ਤੇ ਟਾਂਡੇ ਦੇ ਵੀ ਆਉਣਗੇ, ਤੇ ਅਸੀਂ ਬੇਗੋਵਾਲ ਤੋਂ ਵੀ ਲੈਣਾ, ਭਲਾ ਤੋਂ ਵੀ ਲੈਣਾ। ਉਹਦੇ ਵਿੱਚ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਧਾਨ ਆ ਜਾਂ ਉਹ ਸਕੱਤਰ ਆ, ਉਹ ਵੀ ਆਉਣਗੇ। ਉਹ ਅਸੀਂ ਸਾਰਾ ਸੈਟਿੰਗ ਕਰ ਦੇਣੀ 15 ਦਿਨ ਦੇ ਵਿੱਚ ਵਿੱਚ। ਤੇ ਉਹ ਸਾਨੂੰ ਬਾਹਰੋਂ ਵੀ ਫੋਨ ਕਈਆਂ ਦੇ ਆਏ ਆ, ਤੇ ਉਹ ਕਹਿੰਦੇ ਅਸੀਂ ਸਹਾਇਤਾ ਵੀ ਕਰਾਂਗੇ, ਕਿਉਂਕਿ ਸਾਰੇ ਇਸ ਕੰਪਨੀ ਕਰਦੇ ਆ। ਇਹ ਸਾਡੀ ਬੇਨਤੀ ਕਬੂਲ ਕਰਨੀ, ਤੁਸੀਂ ਸਾਡੇ ਨਾਲ ਸਹਿਯੋਗ। ਧੰਨਵਾਦ ਜੀ। ਤੇ ਮੇਰਾ ਇੱਥੇ ਪੂਰਾ ਰਿਸ਼ਤਾ ਨਕੋਦਰ ਦੇ ਨਾਲ, ਮੈਂ ਉਹਨਾਂ ਦੇ ਆਸ਼ੀਰਵਾਦ ਨਾਲ ਇੱਥੇ ਆਇਆ। ਮੰਨ ਲਓ ਦੂਸਰੇ ਨੰਬਰ ਤੇ ਮਾਨਕ ਕੋੜਾ ਜੀ, ਕੌਂਸਲ ਸਾਹਿਬ, ਜੋ ਵਿਨੋਦ ਸਾਹਿਬ, ਹੀਰਾ ਸਾਹਿਬ ਸਾਡੇ ਨਾਲ ਆਏ ਆ, ਬਾਕੀ ਸਵਾਲ ਸਾਹਿਬ, ਬਾਕੀ ਦੇ ਮੈਂ ਨਾਂ ਨਹੀਂ ਇਹਦੇ ਜਾਣੂ ਪੂਰਾ। ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਅੱਜ ਪੀਐਸਟੀ ਨਿਊਜ਼ ਨੂੰ, ਇਹ ਨਿਊਜ਼ ਚੈਨਲ ਵੀ ਹੈ, ਇਹਦੀ ਕੁਆਲਿਟੀ ਚੱਲਦੀ ਹੈ ਪੀਐਸਟੀ ਦੀ। ਕਾਫੀ ਸਮੇਂ ਤੋਂ 5 ਸਾਲ ਤੋਂ ਇਸ ਚੈਨਲ ਨਾਲ ਜੁੜਿਆ ਹਾਂ। ਸਾਡੇ ਸੋਨੂੰ ਸਾਹਿਬ ਹੈ, ਚੰਦ ਜੀ ਸੋਨੂੰ ਜੀ ਕਾਂਡੇ ਤੋਂ, ਜੋ ਸਾਡੇ ਮੁੱਖ ਸੰਪਾਦਕ ਹੈ। ਮੈਨੂੰ ਵੀ ਇਹਨਾਂ ਨੇ ਸੇਵਾ ਦਿੱਤੀ ਸੀ। ਮੈਂ ਕੋਈ ਵੀ ਖਬਰ ਕਰਦੇ ਆ ਪਹਿਲਾਂ ਮੇਰੇ ਕੋਲ ਮੈਂ ਪਾਸ ਕਰਦਾ, ਮਹਾਰਾਜ ਦਾ ਬੜਾ ਆਸ਼ੀਰਵਾਦ ਹੈ। ਉਸ ਤੋਂ ਬਾਅਦ ਇਹ ਖਬਰ ਕਰਾਉਂਦੇ ਆ, ਪਹਿਲਾਂ ਤੋਂ ਹੀ ਮੈਂ ਦੱਸਣਾ ਚਾਹੁੰਦਾ ਕਿ ਭਾਈਆਂ ਨੇ ਗੱਲ ਕੀਤੀ ਸੀ, ਜੋ ਕੌਂਸਲ ਸਾਹਿਬਾਨ ਨੇ, ਜੋ ਪਰਮਾਤਮਾ ਦਾ ਆਸ਼ੀਰਵਾਦ ਹੋਈ ਸਭ ਤੋਂ ਵੱਡਾ। ਮੈਂ ਟਰਾਂਸਪੋਰਟ, ਜਿੰਨੇ ਵੀ ਟਰਾਂਸਪੋਰਟ ਭੋਗਪੁਰ ਦੀ ਪ੍ਰੈਜ਼ੀਡੈਂਟ ਹੈ, ਬਾਕੀ ਸਮਾਜ ਸੇਵੀ ਜਥੇਬੰਦੀਆਂ ਨਾਲ ਮੇਰਾ ਬੜਾ ਤਾਲੁਕਾਤ ਹੈ। ਮੈਂ ਉਹਨਾਂ ਦੀ ਵੀ ਸੰਸਥਾ ਦੇ ਕਾਫੀ ਵਿਸ਼ਵ ਸੁਖੀ ਸੰਤ ਸਮਾਜ ਦਾ ਵੀ ਮੈਂ ਅਹੁਦੇਦਾਰ ਹਾਂ। ਇਹ ਪਰਮਾਤਮਾ ਬਖਸ਼ਦਾ ਸਾਰਾ ਕੁਛ। ਜੇ ਬੰਦਾ ਸਹੀ ਨੀਤੀ ਦੇ ਚੱਲੇ ਤਾਂ ਗਲਤੀਆਂ ਦਾ ਪੁਤਲਾ ਇਨਸਾਨ, ਗਲਤੀਆਂ ਹੁੰਦੀਆਂ, ਪਰ ਅੱਜ ਦਾ ਵਿਸ਼ਾ ਆਪਣਾ ਇਹ ਆ ਕਿ ਆਪਾਂ ਇੱਥੇ ਆਏ ਹਾਂ ਤੁਹਾਡੇ ਕੋਲ
ਜਿਹੜਾ ਆਪਾਂ ਪੱਤਰਕਾਰੀ ਲੈਣ ਦੀਆਂ ਹੀ ਗੱਲਾਂ ਕਰਦੇ ਹਾਂ, ਉਹਦੇ ਵਿੱਚ ਬੈਠੇ ਭਾਈ ਹੋਣੀ ਇਹਨਾਂ ਨੇ ਦੱਸਿਆ, ਉਹਦਾ ਆਪਣਾ ਸਾਨੂੰ ਵਿਸ਼ਵਾਸ ਨਹੀਂ ਹੋਇਆ ਜੀ ਵਧੀਆ ਢੰਗ ਨਾਲ। ਇੱਕ ਪੱਤਰਕਾਰੀ ਕਿਉਂ 32 ਸਾਲ ਗਿਆ ਸੋਲ ਉਹਨਾਂ ਨੇ ਕਿ ਪਹਿਲਾਂ ਅਖਬਾਰਾਂ ਦਾ ਯੁੱਗ ਸੀ, ਸਾਰੀਆਂ ਅਖਬਾਰਾਂ 'ਚ ਮੈਂ ਕੰਮ ਕੀਤਾ, ਹੁਣ ਆਹ ਯੁੱਗ ਆ ਗਿਆ ਆਪਣਾ ਚੈਨਲਾਂ ਦਾ। से जो खाती है, हकीकत से जो खाती है वो अफसाने नहीं होते, जिन्हें जलना नहीं आता वो परवाने नहीं होते। सुनो है PST न्यूज़ वालों, अगर दिल में ठान लिया है तो कोई काम मुश्किल नहीं करता। परम सत्कारियों फ्रीडम फाइटर फैमिली हीरापुरी जी के मामा जी यशपाल जी, प्रिंसीपल साहब हेमंत शर्मा जी ते मेरे होर PST न्यूज़ के सारे जुझारू के लड़की लोग, सब तो पहले तो मैं क्षमा का जाचक हाँ कि मैं एक बेअदबी कर रहा हाँ एंकरिंग की। मेरी लात 15 किलोमीटर सो गई थी। मैं रिक्वेस्ट की सोनू जी कि इट विल बी बेटर टू स्पीक एज इट इज। तो मैं सारे जिले को पहला माफी चाहूँगा कि मैं बड़ी गलती कर रहा कि मैं डाइस से आने की बजाय थोड़े नाल इतना मुखातिब हो रहा हाँ। सब तो पहला तो यशपाल जी की फैमिली कौड़ा साहब ਇੱਥੇ ਦੇ ਸਾਰੇ ਪਤਵੰਤੇ ਸੱਜਣ ਜਿਨ੍ਹਾਂ ਨੇ ਸਾਨੂੰ ਇੱਕ ਵਾਰਮ ਵੈਲਕਮ ਦਿੱਤਾ ਔਰ ਸਾਡੇ ਨਾਲ ਚੱਲਣ ਦਾ ਇੱਕ ਵਾਅਦਾ ਕੀਤਾ ਕਿ PST ਨਿਊਜ਼, ਕਿਉਂਕਿ ਮੈਂ ਇਹ ਮਹਿਸੂਸ ਕਰ ਰਿਹਾ ਕਿ ਮੇਰੇ ਸੋਨੂ ਜੀ ਨੂੰ ਜਾਂ ਬਾਬਾ ਜੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹਦੀ ਐਸਟੈਬਲਿਸ਼ਮੈਂਟ ਅੱਜ इन्नी तारीफ की मैं इन्ने जोगा नहीं है। और मेरे सीनियर ने, मैं इन्हों का बहुत बहुत धन्यवाद करता जी। अज असी नकोदर दे विच जो कि मालिक कोड़ा जी ने उन्होंने दफ्तर खोलिया, आप इन्हों का बहुत बहुत धन्यवाद करते हैं। आप विश्वास मानते हैं कि ये अपने जो दफ्तर खोलिया काम ये डट के करेंगे और अपने जो ਹੈਗੇ ਆ ਵਿਚਾਰ ਨੇ ਬਹੁਤ ਵਧੀਆ ਰੱਖਣਗੇ, ਜੋ ਕੰਮ ਬਹੁਤ ਵਧੀਆ ਢੰਗ ਨਾਲ ਕਰਨਗੇ, ਕਿਸੇ ਦੇ ਗਰੀਬੀ ਦੇ ਵਿੱਚ ਸਹਾਇਤਾ ਕਰਨਗੇ ਤੇ ਔਰ ਆਪਣੇ ਵਧੀਆ ਵਧੀਆ ਢੰਗ ਨਾਲ ਕੰਮ ਕਰਨ। ਧੰਨਵਾਦ ਜੀ। ਧੰਨਵਾਦ ਜੀ, ਬਹੁਤ 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 ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ ਇਹ ਮੰਚ ਦੇ ਉੱਪਰ ਇਕੱਠਾ ਕੀਤਾ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਫਿਰ ਮੈਂ ਉਸ ਤੋਂ ਬਾਅਦ ਸਾਡੇ ਮਾਨਕ ਕੋੜਾ ਜੀ, ਜਿਨ੍ਹਾਂ ਨੂੰ ਅੱਜ ਤੋਂ 2-3 ਮਹੀਨੇ ਪਹਿਲਾਂ ਹੀ ਅਸੀਂ ਨਕੋਦਰ ਦੇ ਵਿੱਚ ਪੱਤਰਕਾਰ ਨਿਯੁਕਤ ਕਰਕੇ ਗਏ ਸੀਗੇ ਤੇ ਉਹਨਾਂ ਨੇ ਅੱਜ ਨਕੋਦਰ ਦੇ ਵਿੱਚ ਸਾਡੇ 5-7-10 ਮੈਂਬਰ ਤਿਆਰ ਕਰਕੇ, ਪ੍ਰਧਾਨ ਜੀ, ਸੈਕਟਰੀ ਸਾਹਿਬ, ਹੋਰ ਕੈਸ਼ੀਅਰ ਸਾਹਿਬ, ਹੋਰ ਜੁਆਇੰਟ ਸੈਕਟਰੀ 5-7-10 ਮੈਂਬਰ ਤਿਆਰ ਕਰਕੇ ਉਹਨਾਂ ਨੇ ਇੱਕ ਲੜੀ ਬਣਾਤੀ ਆ, ਜੋ ਕਿ ਅੱਜ ਨਕੋਦਰ ਦੇ ਵਿੱਚ ਉਹਨਾਂ ਦਾ ਦਫ਼ਤਰ ਖੁੱਲ੍ਹਣ ਜਾ ਰਿਹਾ। ਜਿਨ੍ਹਾਂ ਨੂੰ ਮੈਂ ਅੱਜ ਮਾਨਕ ਕੋੜਾ ਨੂੰ ਬਹੁਤ ਬਹੁਤ ਵਧਾਈ ਦਿੰਦਾ। ਉਹ ਵਧਾਈ ਦੇ ਪਾਤਰ ਵੀ ਨੇ, ਸਾਡੇ ਛੋਟੇ ਭਰਾ ਵੀ ਨੇ ਤੇ ਇਸੇ ਵਿੱਚ ਮਾਨਕ ਕੋੜਾ ਜੀ ਸਾਡੇ 2 ਮਿੰਟ ਲਈ ਸਿਰਫ ਸਟੇਜ 'ਤੇ ਆਣ ਕੇ ਮਾੜੇ ਆਪਣੇ ਵਿਚਾਰ ਦੱਸਣਗੇ ਕਿ ਉਹਨਾਂ ਨੇ ਕਿਹੜੀਆਂ ਕਿਹੜੀਆਂ ਉਪਲਬਧੀਆਂ ਕੀਤੀਆਂ, ਕਿਹੜੇ ਕਿਹੜੇ ਇੰਨੇ 2-3 ਮਹੀਨੇ ਤੋਂ ਇੰਨੇ ਚੰਗੇ ਕੰਮ ਕੀਤੇ, ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਦੁਆਰਾ ਫਿਰ ਨਕੋਦਰ ਦੇ ਵਿੱਚ ਦਫ਼ਤਰ ਖੋਲ੍ਹਣ 'ਚ ਮਜਬੂਰ ਕਰਤਾ। ਕਿਉਂਕਿ ਇੰਨੀਆਂ ਉਪਲਬਧੀਆਂ, ਇੰਨਾ ਕੰਮ, ਇੰਨਾ ਨਕੋਦਰ ਦੇ ਵਿੱਚ ਵਿਚਰਨਾ, ਇੰਨੇ ਅਫਸਰਾਂ ਦੇ ਵਿੱਚ ਰਹਿਣਾ, ਇੰਨਾ ਦੇਖਣਾ, ਇੰਨਾ ਸਰਕਾਰ ਦੇ ਕੰਮ ਦੇਖਣੇ, ਉਹਨਾਂ ਕੰਮਾਂ ਕਰਕੇ ਅੱਜ ਨਕੋਦਰ ਦੇ ਵਿੱਚ ਦਫ਼ਤਰ ਖੋਲ੍ਹਿਆ। ਕਿਉਂਕਿ ਸਾਨੂੰ ਮਾਨਕ ਕੋੜਾ ਜੀ ਨੇ ਇਹ ਅਸੀਂ ਉਹਨਾਂ ਨਾਲ ਪ੍ਰਣ ਕੀਤਾ ਸੀਗਾ ਕਿ ਮਾਨਕ ਕੋੜਾ ਜੀ, ਜੇ ਤੁਸੀਂ ਨਾ ਨਕੋਦਰ ਦੇ ਵਿੱਚ
ਸਾਨੂੰ ਥੋੜ੍ਹੇ ਟਾਈਮ ਤੋਂ ਸਾਨੂੰ ਕੁਛ ਇੱਦਾਂ ਦਾ ਕਰ ਦਿਖਾਓਗੇ ਕਿ ਆਪਾਂ ਫਿਰ ਨਕੋਦਰ ਦੇ ਵਿੱਚ ਤੁਹਾਡਾ ਇੱਕ ਦਫ਼ਤਰ ਬਣਾਵਾਂਗੇ, ਜੋ ਕਿ ਤੁਹਾਡੀ ਸਾਰੀ ਟੀਮ ਤਿਆਰ ਹੋਊਗੀ, ਜਿੰਨਾ ਸਾਨੂੰ ਵੱਧ ਤੋਂ ਵੱਧ ਤਾਕਤ ਮਿਲੂਗੀ ਤਾਂ ਜੋ ਅਸੀਂ ਮਿਲ ਕੇ ਵੱਧ ਤੋਂ ਵੱਧ ਕੰਮ ਕਰ ਸਕੀਏ ਤੇ ਆਪਣਾ PST ਨਿਊਜ਼ ਨੂੰ ਉੱਚਾ ਕਰ ਸਕੀਏ। ਧੰਨਵਾਦ। ਮਾਨਕ ਕੋੜਾ ਜੀ। ਸਭ ਤੋਂ ਪਹਿਲਾਂ PST ਨਿਊਜ਼ TV ਲਾਈਵ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਚੈਨਲ ਦੀ ਸੇਵਾ ਕਰਨ ਦਾ। ਤੇ ਜੋ ਅਸੀਂ ਹੁਣ ਇੱਥੇ ਆਪਣਾ ਦਫ਼ਤਰ ਖੋਲ੍ਹਿਆ ਹੈ ਨਿਊਜ਼ ਚੈਨਲ ਦਾ, ਉਹਦੇ ਵਿੱਚ ਅਸੀਂ 11 ਮੈਂਬਰੀ ਕਮੇਟੀ ਬਣਾਈ ਹੈ ਤੇ ਅਸੀਂ ਇਸ ਚੈਨਲ ਨੂੰ ਵੀ ਤੇ ਉਸ 11 ਮੈਂਬਰੀ ਕਮੇਟੀ ਦੇ ਨਾਲ ਮਿਲ ਕੇ ਇਸ ਚੈਨਲ ਨੂੰ ਹੋਰ ਉੱਪਰ ਲੈ ਕੇ ਜਾਵਾਂਗੇ ਤੇ ਜਿੰਨੇ ਵੀ ਲੋਕ ਭਲਾਈ ਦੇ ਕੰਮ ਆ ਅਸੀਂ ਉਹ ਆਪਣੇ ਚੈਨਲ ਦੇ ਥਰੂ ਕਰਾਂਗੇ। ਤੇ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਇੱਥੇ ਆਉਣ ਕੇ ਤੁਹਾਡਾ ਸਵਾਗਤ ਹੈ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬਹੁਤ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ PST ਨਿਊਜ਼ TV ਤੇ ਅੱਜ ਆਪਾਂ ਪਹੁੰਚੇ ਹਾਂ ਜੀ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਨਕੋਦਰ ਦੇ ਵਿੱਚ, ਜਿੱਥੇ ਅੱਜ PST ਨਿਊਜ਼ TV ਦੀ ਟੀਮ ਨੇ ਅੱਜ ਮਾਨੇ ਕੌੜਾ ਸਾਡੇ ਪੱਤਰਕਾਰ ਨੇ ਉਹਨਾਂ ਦੇ ਦਫ਼ਤਰ ਦਾ ਅੱਜ ਉਦਘਾਟਨ ਕੀਤਾ ਗਿਆ। ਨਾਲ ਹੀ ਸਾਡੇ ਜਿਹੜੇ ਟਰਸਟ PST ਦੀ ਹੈ ਉਹਦੇ ਚੋਣ ਕੀਤੀ ਗਈ। ਇਸ ਸੰਬੰਧ ਦੇ ਵਿੱਚ ਪੰਜਾਬ ਪ੍ਰਧਾਨ ਬਾਬਾ ਸੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਗੱਲਬਾਤ ਕਰਦੇ ਹਾਂ ਵੀ ਕੀ ਮੁੱਦਾ ਸੀ ਅੱਜ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਇਹ ਸੋਨੂ ਸਾਹਿਬ ਜੋ ਅਸੀਂ ਅੱਜ ਨਕੋਦਰ ਦੇ ਵਿੱਚ ਆਏ ਹਾਂ। ਨਕੋਦਰ ਦੇ ਵਿੱਚ ਅਸੀਂ ਆਪਣੀ ਜੋ ਬ੍ਰਾਂਚ ਖੋਲ੍ਹੀ ਆ PST ਨਿਊਜ਼ ਚੈਨਲ ਤੇ ਅਖਬਾਰ ਦੀ, ਇਹਦੇ ਵਿੱਚ ਅੱਜ ਅਸੀਂ ਟੀਮ ਦਾ ਗਠਨ ਕੀਤਾ। ਜਿੱਦਾਂ ਸੋਨੂ ਜੀ ਨੇ ਤੁਹਾਨੂੰ ਦੱਸਿਆ, ਟੀਮ ਦਾ ਗਠਨ ਹੋਇਆ ਅੱਜ। ਉਹਦੇ ਵਿੱਚ ਅਸੀਂ ਪ੍ਰੈਜ਼ੀਡੈਂਟ ਜਿੰਨੇ ਵੀ ਅਹੁਦੇ ਦਿੱਤੇ ਗਏ ਆ, ਜਿਹਦੇ ਵਿੱਚ ਅਸੀਂ ਪੱਤਰਕਾਰਾਂ ਦੀਆਂ ਜੋ ਮੰਗਾਂ ਹਨ ਉਹਨਾਂ ਨੂੰ ਵੀ ਅਸੀਂ ਰੱਖਿਆ। ਜੋ ਪੱਤਰਕਾਰਾਂ ਦੇ ਹਮਲੇ ਹੁੰਦੇ ਉਹਨਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਜੋ ਪੱਤਰਕਾਰਾਂ ਦੀ ਦਫ਼ਤਰਾਂ ਵਿੱਚ ਸੁਣਵਾਈ ਨਹੀਂ ਚੰਗੀ ਤਰ੍ਹਾਂ ਹੋ ਰਹੀ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਜੋ ਯੈਲੋ ਕਾਰਡਾਂ ਦਾ ਇੱਕ ਬੜਾ ਮੁੱਦਾ ਉੱਠਿਆ ਸਰਕਾਰ ਵੱਲੋਂ, ਉਹ ਅਸੀਂ ਯੈਲੋ ਕਾਰਡਾਂ ਦਾ ਸਾਰੇ ਪੱਤਰਕਾਰ ਜਿੱਥੇ ਜਿੱਥੇ ਬੈਠੇ ਕਿਸੇ ਵੀ ਅਦਾਰੇ ਦੇ ਪੱਤਰਕਾਰ ਆ, ਅਸੀਂ ਉਹ ਯੈਲੋ ਕਾਰਡਾਂ ਦਾ ਮੁੱਦਾ ਬਹੁਤ ਮੇਨ ਰੱਖਿਆ ਆਪਣੀ ਸਾਡੀ ਸੰਸਥਾ ਨੇ। ਅਸੀਂ ਜੋ ਵੀ ਯੈਲੋ ਕਾਰਡਾਂ ਦਾ ਡਿਸੀਜਨ ਹੋਊਗਾ ਉਹ ਸਹੀ ਲਵਾਂਗੇ ਸਰਕਾਰ ਤੋਂ, ਤੇ ਜੋ ਇਹ ਯੈਲੋ ਕਾਰਡ ਦਾ ਜਿਹਨੂੰ ਵੀ ਹੱਕ ਆ ਉਹ ਕਦੀ ਕੈਂਸਲ ਨਹੀਂ ਹੋਊਗਾ। ਯੈਲੋ ਕਾਰਡ ਅਸੀਂ ਸਰਕਾਰ ਨੂੰ ਬਿਲਕੁਲ ਨਿਸ਼ਚਿੰਤ ਹੋ ਕੇ ਪੱਤਰਕਾਰਾਂ ਵੱਲੋਂ ਕਹਿੰਦੇ ਹਾਂ। ਸਰ, ਇੱਕ ਮੀਡੀਆ ਪਾਲਿਸੀ ਦੇ ਵਿੱਚ 5-5 ਮਰਲੇ ਪੱਤਰਕਾਰਾਂ ਨੂੰ ਪਲਾਟ ਦਾ ਸਰਕਾਰ ਵੱਲੋਂ ਅਲਾਉਡ ਕੀਤੇ ਜਾਂਦੇ ਆ, ਉੱਤੇ ਵੀ ਪਾਬੰਦੀ ਸਰਕਾਰਾਂ ਨੇ ਲਾਤੀ। ਕੀ ਕਹਿਣਾ ਚਾਹੁੰਦੇ ਆ ਜੀ? ਉਹ ਹੁਣ ਕਿਉਂਕਿ ਲਾਗੂ ਨਹੀਂ ਕਰ ਰਹੇ ਮੀਡੀਆ ਪਾਲਿਸੀ। ਉਹ ਨਵੀਂ ਸਰਕਾਰ ਆਈ ਹੈ ਸੋਨੂ ਜੀ, ਨਵੀਂ ਸਰਕਾਰ ਤੇ ਆਪਾਂ ਮੁੱਦੇ ਰੱਖਣੇ ਆ। ਸਾਡੀ ਜਿੰਨੀ ਵੀ ਸੰਸਥਾਵਾਂ ਅਸੀਂ ਉਹਨਾਂ ਨਾਲ ਹੈਗੇ ਟੈਲੀ ਹੈਗੇ ਆ। ਸਾਡੀਆਂ ਸੰਸਥਾ ਜਿੰਨੀਆਂ ਵੀ ਆ, ਸਾਡੀਆਂ ਜ਼ਿਲ੍ਹਾ ਜਲੰਧਰ ਸੰਸਥਾ ਵੀ ਬੜੀ ਵੱਡੀਆਂ ਹੈਗੀਆਂ। ਅਸੀਂ ਹੁਣ ਸਾਰੇ ਵਿਚਾਰ ਕਰ ਰਹੇ ਹਾਂ ਵੀ ਇਹ ਜਿਹੜਾ ਮੁੱਦਾ ਹੈਗਾ ਬੜਾ ਜ਼ਬਰਦਸਤ ਆ। ਇਹਦੇ ਵਿੱਚ ਗ੍ਰਾਂਟਾਂ ਵੀ ਅਲਾਟ ਹੋਈਆਂ ਸੀ, ਪਹਿਲੀਆਂ ਸਰਕਾਰਾਂ ਨੇ ਕੀਤੀਆਂ ਸੀ। ਜਿੱਦਾਂ ਸਾਡੇ ਭੋਗਪੁਰ ਹੋਈ ਸੀ ਗ੍ਰਾਂਟ ਸਾਰੇ ਥਾਈਂ ਹੋਈਆਂ ਸੀ ਅਲਾਟ, ਪਰ ਉਹ ਜਿਹੜੀਆਂ ਉਹਨਾਂ ਨੇ ਉਹ ਕਿਤਾਬਾਂ ਬੰਦ ਕਰਤੀਆਂ। ਤੇ ਜਿਹੜੇ 5-5 ਮਰਲੇ ਤੁਸੀਂ ਪਲਾਟ ਕਹਿੰਦੇ ਆ, ਇਹ ਮਸਲਾ ਜਿਹੜਾ ਪਲਾਟਾਂ ਦਾ ਬੜਾ ਗੰਭੀਰ ਆ। ਇਹਦੇ ਵਿੱਚ ਵੀ ਰੱਖੀਆਂ ਸੀ ਮੰਗਾਂ, ਪਰ ਇੱਕ ਵਾਰੀ ਕੈਪਟਨ ਸਰਕਾਰ ਨੇ ਹਾਂ ਕੀਤੀ ਸੀ, ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਠੰਡੇ ਬਸਤੇ ਦੇ ਕੰਮ ਪਾਤਾ ਸੀ। ਸੰਘਰਸ਼ ਵੀ ਕਰਦੇ ਨੇ, ਅੱਗੇ ਵੀ ਕਰਾਂਗੇ। ਇਸ ਸੰਬੰਧ ਵਿੱਚ ਅੱਗੇ ਆਵਾਜ਼ ਕੀ ਮੁੱਦਾ ਏਜੰਡਾ ਜੀ? CM ਅਸੀਂ ਕੋਸ਼ਿਸ਼ ਕਰ ਰਹੇ ਹਾਂ PM ਨੂੰ ਮਿਲਣ ਦੀ। ਪਹਿਲਾਂ ਸੈਕਟਰੀ ਨੂੰ ਮਿਲਾਂਗੇ 76 ਨੂੰ, ਉਸ ਤੋਂ ਬਾਅਦ ਜੇ ਲੋੜ ਪਈ ਤਾਂ ਫਿਰ ਅਸੀਂ ਮੁੱਖ ਮੰਤਰੀ ਜੋ ਪੰਜਾਬ ਸਾਡੇ ਹੈਗੇ ਭਗਵੰਤ ਮਾਨ ਜੀ, ਉਹਨਾਂ ਨਾਲ ਅਸੀਂ ਦੱਸਾਂਗੇ। ਉਹਨਾਂ ਨੂੰ ਸਾਰੀਆਂ ਆਪਣੀਆਂ ਜਿੰਨੀਆਂ ਵੀ ਹੈ ਇਹਦੇ ਵਿੱਚ ਬੜੀਆਂ ਵੱਡੀਆਂ ਜਿੰਨੇ ਏਰੀਏ ਦੇ ਪ੍ਰਧਾਨ ਆ ਜਾਂ ਸਕੱਤਰ ਆ, ਉਹ ਸਾਰੇ ਇਹਦੇ ਵਿੱਚ ਸ਼ਾਮਲ ਹੋਣਗੇ। ਅਸੀਂ ਉਹਨਾਂ ਨੂੰ ਕਾਲ ਕਰਾਂਗੇ, ਉਸ ਸੰਬੰਧ ਅਸੀਂ ਜਲਦੀ ਮਿਲਣ ਵਾਲੇ ਉਹਨਾਂ ਨੂੰ। ਧੰਨਵਾਦ ਜੀ। ਗੱਲਬਾਤ ਕਰਾਂਗੇ ਜੀ, ਸਾਡੇ ਨਾਲ ਡਾਇਰੈਕਟਰ ਆਫ ਪੰਜਾਬ PST ਨਿਊਜ਼ TV ਦੇ ਮੌਜੂਦ ਨੇ ਅੱਜ ਮਾਨਕ ਕੌੜਾ ਜੀ, ਜਿਨ੍ਹਾਂ ਨੇ ਸਬ ਆਫਿਸ PST ਨਿਊਜ਼ TV ਦਾ ਖੋਲ੍ਹਿਆ। ਗੱਲਬਾਤ ਕਰਾਂਗੇ ਕੀ ਉਹਨਾਂ ਦਾ ਮੈਸੇਜ ਦੇਣਾ ਚਾਹੁੰਦੇ ਆ ਜੀ। ਹਾਂਜੀ ਸਰ। ਅੱਜ ਨਕੋਦਰ ਵਿਖੇ ਕੌੜਾ ਸਾਹਿਬ ਦਾ ਜੋ ਓਪਨਿੰਗ ਹੋ ਰਹੀ ਹੈ PST ਨਿਊਜ਼ ਚੈਨਲ ਦੀ, ਮੈਂ ਸਭ ਤੋਂ ਪਹਿਲਾਂ ਇਸ ਪਰਿਵਾਰ ਨੂੰ, ਜੋ ਕਿ ਇੱਕ ਫਰੀडम ਫਾਈਟਰ ਪਰਿਵਾਰ ਹੈ, ਉਹਨਾਂ ਨੇ ਅੱਜ ਆਪ ਇਸ ਗੱਲ ਨੂੰ ਸਾਨੂੰ ਆਪ ਉਚੇਚ ਕਰਕੇ ਗੱਲ ਕਿਹਾ ਕਿ ਸਾਨੂੰ ਵੀ ਆਪਣੇ ਇਸ ਪਰਿਵਾਰ ਦੇ ਵਿੱਚ ਸ਼ਾਮਲ ਕਰੋ, ਤਾਂ ਜੋ ਸਮਾਜ ਦੀਆਂ ਕੁਰੀਤੀਆਂ ਹਨ, ਜੋ ਸਮਾਜ ਦੇ ਵਿੱਚ ਔਕੜਾਂ ਹਨ, ਲਤਾੜੇ ਵਰਗ ਨੂੰ ਜੋ ਦਿੱਕਤਾਂ ਆ ਰਹੀਆਂ ਹਨ, ਅੱਜ ਉਹ ਅਸੀਂ ਵੀ ਤੁਹਾਡੇ ਨਾਲ ਹੋ ਕੇ ਉਹਨਾਂ ਦਾ ਸਮਾਧਾਨ ਕਰੀਏ ਤੇ ਰਿਲੀਵ ਕਰੀਏ। ਮੈਂ ਇਸ ਕੌੜਾ ਪਰਿਵਾਰ ਨੂੰ ਆਸ਼ਵਾਸਨ ਦਵਾਉਂਦਾ ਹਾਂ ਕਿ PST ਨਿਊਜ਼ ਵੱਲੋਂ ਜੋ ਕੁਝ ਵੀ ਦਿੱਕਤ ਆਏ
ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਧੰਨਵਾਦ ਜੀ। ਥੈਂਕ ਯੂ ਸੋ ਮਚ।